ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 127 ਤੇ ਹੇਠੋਂ 8ਵੀਂ ਪੰਕਤੀ ਹੈ, 3 ਨੰਬਰ ਤੋਂ ਬਾਅਦ। ਇਹ ਮਨ ਚੰਚਲ ਵਸ ਨਾ ਆਵੈ, ਦੁਬਦਾ ਲਾਗੈ ਤਹਿ ਦਿਸ ਧਾਵੈ। ਬਿਖ ਕਾ ਕੀੜਾ ਬਿਖ ਮਹਿ ਰਾਤਾ, ਬਿਖ ਹੀ ਮਾਹੇ ਪਚਾਵਣਿਆ। ਕਹਿੰਦੇ ਇਹ ਮਨ ਚੰਚਲ, ਇਹ ਮਨ ਚੰਚਲ ਹੈ। ਜਿਨ੍ਹਾਂ ਕਦੇ ਸਾਇੰਸ ਰੂਮ 'ਚ ਪਾਰੇ ਨੂੰ ਵੇਖਿਆ ਹੈ, ਉਹਨਾਂ ਨੂੰ ਪਤਾ ਹੈ ਪਾਰੇ ਦੇ ਨੂੰ ਕਾਗਜ਼ 'ਤੇ ਥੋੜ੍ਹਾ ਜਿਹਾ ਰੱਖੋ, ਉਹ ਨਾ ਕਦੇ ਇੱਧਰ ਨੂੰ ਜਾਂਦਾ, ਕਦੇ ਇੱਧਰ ਨੂੰ ਜਾਂਦਾ, ਟਿਕਦਾ ਨਹੀਂ ਹੈਗਾ। ਇਸ ਲਈ ਮਨ ਨੂੰ ਪਾਰੇ ਦੀ ਤਰ੍ਹਾਂ ਕਿਹਾ ਗਿਆ। ਇਹ ਮਨ ਚੰਚਲ ਹੈ, ਵਸ ਨਾ ਆਵੇ। ਇਹ ਵਸ 'ਚ ਹੀ ਨਹੀਂ ਆਉਂਦਾ। ਜੇ ਮੰਨ ਲਓ ਤੁਸੀਂ ਪਾਠ ਕਰ ਰਹੇ ਹੋ, ਮੂੰਹ ਬੋਲ ਰਿਹਾ, ਅੱਖਾਂ ਬਾਣੀ ਨੂੰ ਵੇਖ ਰਹੀਆਂ ਨੇ, ਪਰ ਮਨ ਚੰਚਲ ਹੋਣ ਕਰਕੇ ਕਦੇ ਕਿਤੇ ਫਿਰੀ ਜਾਂਦਾ। ਇਸ ਲਈ ਪਤਾ ਨਹੀਂ ਲੱਗਦਾ ਵੀ ਕੀ ਪੜ੍ਹਿਆ। ਸੁਣਨ ਵਾਲਿਆਂ ਦਾ ਵੀ ਇਹੀ ਹਾਲ ਹੁੰਦਾ, ਮਨ ਕਦੇ ਕਿਤੇ ਚਲਾ ਜਾਂਦਾ, ਕਿਤੇ ਚਲਾ ਜਾਂਦਾ, ਉਹਨੂੰ ਪੂਰੀ ਗੱਲ ਸੁਣਦੀ ਨਹੀਂ ਹੈ। ਇਹ ਮਨ ਚੰਚਲ ਹੈ, ਇਹ ਟਿਕਦਾ ਨਹੀਂ। ਜੇ ਕਈ ਬੱਚੇ ਚੰਚਲ ਹੁੰਦੇ ਨੇ, ਉਹ ਗੁਰਦੁਆਰੇ 'ਚ ਜਾ ਕੇ ਨੱਚੀ ਟੱਪੀ ਜਾਂਦੇ ਨੇ, ਟਿਕ ਕੇ ਨਹੀਂ ਬੈਠਦੇ। ਇਸ ਤਰ੍ਹਾਂ ਮਨ ਚੰਚਲ ਹੈ, ਇਹ ਵਸ 'ਚ ਨਹੀਂ ਆਉਂਦਾ। ਦੁਬਦਾ ਲਾਗੈ ਦਹਿ ਦਿਸ ਧਾਵੈ। ਦੁਬਦਾ ਦਾ ਦੋਚਿਤਾਪਨ, ਇਹਦੇ ਮਨੁੱਖ ਦੇ ਅੰਦਰ ਹਮੇਸ਼ਾ ਦੋ ਚਿਤਾਪਨ। ਇਸ ਤੋਂ ਫੈਸਲਾ ਨਹੀਂ ਹੁੰਦਾ ਕਿੱਧਰ ਨੂੰ ਜਾਵੇ, ਕਿੱਧਰ ਨੂੰ ਨਾ ਜਾਵੇ। ਕਿਸੇ ਮਾਇਆਧਾਰੀ ਦੀ ਗੱਲ ਸੁਣ ਲਈ ਤਾਂ ਕਹਿੰਦਾ ਹਾਂ ਵੱਧ ਤੋਂ ਵੱਧ ਮਾਇਆ ਕਮਾਉਣੀ ਚਾਹੀਦੀ ਹੈ। ਕਿਸੇ ਧਾਰਮਿਕ ਬੰਦੇ ਦੀ ਗੱਲ ਸੁਣ ਲਈ ਕਹਿੰਦਾ ਹਾਂ ਨਾਮ ਜਪਣਾ ਚਾਹੀਦਾ ਹੈ। ਇਹ ਦੁਬਦਾ 'ਚ ਰਹਿੰਦਾ। ਦਹਿ ਦਿਸ ਧਾਵੈ, ਦਹਿ ਮੈਨੂੰ ਦੱਸ, ਦਿਸ ਮੈਨੂੰ ਦਿਸ਼ਾਵਾਂ, ਧਾਵਿਆਂ ਦਾ ਭੱਜਦਾ ਫਿਰਦਾ ਹੈ। ਇਹ ਮਨ ਫਿਰ ਦੁਬਦਾ 'ਚ ਹੋਣ ਕਰਕੇ ਦਸਾਂ ਪਾਸਾਂ ਨੂੰ ਭੱਜਿਆ ਫਿਰਦਾ, ਟਿਕਦਾ ਨਹੀਂ ਹੈ। ਬਿਖ ਕਾ ਕੀੜਾ, ਬਿਖ ਜ਼ਹਿਰ ਨੂੰ ਕਹਿੰਦੇ ਨੇ, ਹਿੰਦੀ ਦਾ ਸ਼ਬਦ ਹੈ ਵਿਸ਼, ਉਸ ਤੋਂ ਬਿਖ ਬਣਿਆ। ਇਹ ਜ਼ਹਿਰ ਦਾ ਕੀੜਾ ਹੈ। ਇੱਥੇ ਜ਼ਹਿਰ ਕਿਹਨੂੰ ਕਿਹਾ? ਮਾਇਆ ਨੂੰ। ਇਹ ਮਨ ਮਾਇਆ ਦਾ ਕੀੜਾ ਹੈ। ਬਿਖ ਮੈਂ ਰਾਤਾ, ਇਹ ਮਾਇਆ ਦੇ ਵਿੱਚ ਹੀ ਮਸਤ ਰਹਿੰਦਾ ਹੈ। ਬਿਖ ਹੀ ਮਾਹੇ ਪਚਾਵਣੇ, ਅਤੇ ਇਸ ਮਾਇਆ ਦੇ ਵਿੱਚ ਹੀ ਗਲਦਾ ਸੜਦਾ ਰਹਿੰਦਾ, ਦੁਖੀ ਹੁੰਦਾ ਰਹਿੰਦਾ। ਕਿਉਂਕਿ ਸੁੱਖ ਤੇ ਨਾਮ ਜਪਣ 'ਚ ਇਹ ਮਾਇਆ ਦੇ ਵਿੱਚ ਹਮੇਸ਼ਾ ਬਿਰਤੀ ਹੋਣ ਕਰਕੇ ਦੁਖੀ ਰਹਿੰਦਾ। ਹੂੰ ਕਰੇ ਤੈ ਆਪ ਜਣਾਏ, ਬਹੁ ਕਰਮ ਕਰੈ ਕਿਛ ਥਾਏ ਨਾ ਪਾਏ। ਤੁਝ ਤੇ ਬਾਹਰ ਕਿਛੁ ਨ ਹੋਵੈ, ਬਖਸ਼ੇ ਸ਼ਬਦ ਸੁਹਾਵਣਿਆ। ਹੂੰ ਕਰੇ, ਇਹ ਮਨ ਮੈਂ ਕਰਦਾ ਰਹਿੰਦਾ। ਤੈ ਆਪ ਜਣੇ, ਤੈ ਹੁੰਦਾ ਅਤੇ, ਜਿਹਨੂੰ ਤੈਂ ਪੜੋਗੇ ਤੈਂ ਹੁੰਦਾ ਤੂੰ। ਇਹ ਕੰਮ ਤੈਂ ਕੀਤਾ, ਹੁੰਦਾ ਤੂੰ। ਤੈ ਹੁੰਦਾ ਅਤੇ, ਇਹ ਹੂੰ ਕਰਦਾ, ਮੈਂ ਕਰਦਾ, ਅਤੇ ਆਪਣੇ ਆਪ ਨੂੰ ਜਣਾਉਂਦਾ ਵੀ ਮੈਂ ਕਿਸੇ ਤੋਂ ਘੱਟ ਨਹੀਂ ਹਾਂ, ਮੈਂ ਆ ਕਰ ਸਕਦਾ ਹਾਂ, ਮੈਂ ਆ ਕੀਤਾ, ਤੁਸੀਂ ਮੈਨੂੰ ਕੀ ਸਮਝਦੇ ਹੋ। ਇਸ ਤੋਂ ਜਣਾਉਂਦਾ ਆਪਣਾ। ਬਹੁ ਕਰਮ ਕਰੈ ਕਿਛ ਥਾਏ ਨਾ ਪਾਏ, ਲੋਕ ਵਿਖਾਵੇ ਲਈ ਬੜੇ ਧਾਰਮਿਕ ਕੰਮ ਕਰਦਾ ਹੈ। ਗੁਰੂ ਨਾਨਕ ਜੀ ਥਾਂ 'ਤੇ ਗਏ,
ਉੱਥੇ 10 ਨੌਂ ਦੀ ਕਿਰਤ ਕਰਨ ਵਾਲਾ ਵੀ ਤਰਖਾਣ ਹੈ, ਅਤੇ ਉੱਥੇ ਇੱਕ ਚੌਧਰੀ ਇਲਾਕੇ ਦਾ ਉਹ ਵੀ ਹੈ। ਭਾਈ ਲਾਲੋ ਤਾਂ 10 ਨੌਂ ਦੀ ਕਿਰਤ ਕਰਕੇ ਆਪਣਾ ਪਰਿਵਾਰ ਪਾਲਦਾ ਹੈ। ਗੁਰੂ ਨਾਨਕ ਦੇਵ ਨੂੰ ਬਹੁਤ ਪਸੰਦ ਕਰਦੇ ਨੇ ਅਤੇ ਗਰੀਬ ਦੇ ਘਰ ਵੀ ਰਹਿ ਰਹੇ। ਉੱਥੇ ਮਲਕ ਭਾਗੋ ਜਿਹੜਾ ਸੀ ਅਮੀਰ, ਜਿਹੜਾ ਕਈ ਪਿੰਡਾਂ ਦਾ ਮਾਲਕ ਸੀ, ਉਹ ਵੀ ਲੋਕ ਵਿਖਾਵੇ ਲਈ ਹਰ ਸਾਲ ਯੱਗ ਕਰਿਆ ਕਰਦਾ, ਤਾਂ ਜੋ ਲੋਕ ਕਹਿਣ ਵੀ ਮਲਕ ਭਾਗੋ ਬੜਾ ਧਾਰਮਿਕ ਹੈ। ਪਰ ਉਹ ਹਰਾਮ ਦੀ ਕਮਾਈ 'ਚੋਂ ਯੱਗ ਕਰਦਾ ਸੀ। ਗੁਰੂ ਨਾਨਕ ਦੇਵ ਕਹਿੰਦੇ ਅਸੀਂ ਨਹੀਂ ਤੇਰਾ ਭੋਜਨ ਖਾਣਾ। ਉਹ ਕਹਿੰਦੇ ਕਿਉਂ ਨਹੀਂ ਖਾਣਾ? ਕਹਿੰਦੇ ਇਹ ਹਰਾਮ ਦੀ ਕਮਾਈ ਦਾ ਹੈ। ਹੁਣ ਧਿਆਨ ਦੇਣਾ, ਜੇ ਮਲਕ ਭਾਗੋ ਦੀਆਂ ਖੀਰ ਪੂਰੀਆਂ ਨਹੀਂ ਖਾਧੀਆਂ ਗੁਰੂ ਨਾਨਕ ਦੇਵ ਨੇ, ਅਤੇ ਜੇ ਅਸੀਂ ਹਰਾਮ ਦੀ ਕਮਾਈ 'ਚੋਂ ਲੰਗਰ ਲਾਵਾਂਗੇ, ਹਰਾਮ ਦੀ ਕਮਾਈ 'ਚੋਂ ਦੇਗ ਬਣਾਵਾਂਗੇ, ਅਤੇ ਫਿਰ ਗੁਰੂ ਵਾਲੇ ਸੱਚੇ ਪਾਤਸ਼ਾਹ ਭੋਗ ਲਾਓ ਜਾਂ ਆਪਣੇ ਦਰ 'ਤੇ ਪ੍ਰਵਾਨ ਕਰੋ। ਉਹਨਾਂ ਕਹਿੰਦੇ ਹਰਾਮ ਦੀ ਕਮਾਈ 'ਚ ਬਣੀ ਹੋਈ ਦੇਗ ਹੈ, ਇਹ ਹਰਾਮ ਦੀ ਕਮਾਈ 'ਚ ਬਣਿਆ ਹੋਇਆ ਲੰਗਰ ਹੈ, ਅਸੀਂ ਨਹੀਂ ਭੋਗ ਲਾਉਂਦੇ, ਨਹੀਂ ਲੱਗਦਾ। ਇਸ ਲਈ ਜਦੋਂ ਵੀ ਘਰ ਅਖੰਡ ਪਾਠ ਕਰਾਉਣਾ, ਜਿਹੜੇ ਲੋਕ ਰਿਸ਼ਵਤ ਲੈਂਦੇ ਨੇ, ਹੋਰ ਕੁਛ ਕਰਦੇ ਨੇ, ਉਹ ਆਪਣੀ ਤਨਖਾਹ 'ਚੋਂ ਕਰੋ। ਤਨਖਾਹ ਦੇ ਵਿੱਚੋਂ ਹੀ ਦੇਗ ਲਈ ਦੇਗ ਬਣਵਾਓ, ਤਨਖਾਹ ਦੇ ਵਿੱਚੋਂ ਹੀ ਲੰਗਰ ਲਾਓ, ਫਿਰ ਤਾਂ ਕੋਈ ਗੱਲ ਬਣ ਸਕਦੀ ਹੈ। ਪਰ ਜੇ ਹਰਾਮ ਦੀ ਕਮਾਈ ਦੀ ਦੇਗ ਬਣਾਉਣਗੇ ਅਤੇ ਲੰਗਰ ਲਾਉਣਗੇ, ਗੁਰੂ ਮਹਾਰਾਜ ਨੇ ਪ੍ਰਵਾਨ ਹੀ ਨਹੀਂ ਕਰਨਾ। ਇਸ ਲਈ ਜੈਸਾ ਦਾ ਲਾਇਆ ਲੰਗਰ, ਜੈਸਾ ਨਾ ਲਾਇਆ। ਹੁਣ ਮਲਕ ਭਾਗੋ ਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ ਅਸੀਂ ਤੇਰਾ ਭੋਜਨ ਨਹੀਂ ਛਕਣਾ, ਇਹ ਹਰਾਮ ਦੀ ਕਮਾਈ ਦਾ ਹੈ। ਹੁਣ ਤਾਂ ਸੱਤੀ ਕੱਪੜੀ ਅੱਗ ਲੱਗ ਗਈ। ਭਰੀ ਸਭਾ ਦੇ ਵਿੱਚ ਸੱਚ ਸੁਣਨਾ ਬਹੁਤ ਔਖਾ ਹੁੰਦਾ, ਸੱਚ ਬੋਲਣਾ ਵੀ ਔਖਾ ਹੈ। ਮਾੜਾ ਬੰਦਾ ਜੇ ਸੱਚ ਬੋਲੇਗਾ ਤਾਂ ਮੁਸੀਬਤਾਂ 'ਚ ਫਸ ਜਾਏਗਾ। ਉਹ ਤਾਂ ਗੁਰੂ ਨਾਨਕ ਦੇਵ ਜੀ ਵਰਗੇ ਸਨ, ਇਸ ਲਈ ਉਹਨਾਂ ਨੇ ਸੈਂਕੜਿਆਂ ਦੀ ਸੰਗਤ 'ਚ ਬ੍ਰਾਹਮਣ ਬੈਠੇ ਨੇ, ਸਾਧੂ ਬੈਠੇ ਨੇ। ਗੁਰੂ ਮਹਾਰਾਜ ਕਹਿੰਦੇ ਨਹੀਂ, ਤੇਰਾ ਹਰਾਮ ਦੀ ਕਮਾਈ 'ਚ ਲੰਗਰ। ਕਿ ਤੁਹਾਨੂੰ ਕੀ ਸਬੂਤ ਹੈ? ਅਗਲਾ ਝੂਠਾ ਵੀ ਸੱਚਾ ਹੋਣਾ ਚਾਹੁੰਦਾ ਹੈ ਵੀ ਪਬਲਿਕ 'ਚ ਬਦਨਾਮੀ ਨਾ ਹੋਏ। ਗੁਰੂ ਮਹਾਰਾਜ ਕਹਿੰਦੇ ਭਾਈ ਲਾਲੋ ਦਹੀਂ ਜਰਾ ਆਪਣੀ ਕੋਧਰੇ ਦੀ ਰੋਟੀ। ਉਹਨੂੰ ਕਹਿੰਦੇ ਲਿਆ ਵਿੱਕੀ ਆਪਣੀ ਖੀਰ ਪੂਰੀ ਲਿਆ ਕੇ। ਮਲਕ ਭਾਗੋ ਦੀ ਪੂਰੀ ਹੱਥ 'ਚ ਫੜ ਲਈ ਅਤੇ ਉਹਦੀ ਰੋਟੀ ਫੜ ਲਈ। ਜੋ ਦੋਨੋਂ ਨਿਚੋੜੀਆਂ ਤਾਂ ਭਾਈ ਲਾਲੋ ਦੀ ਰੋਟੀ 'ਚੋਂ ਦੁੱਧ ਚੋਰਿਆ ਹੈ, ਮਲਕ ਭਾਗੋ ਦੀ ਪੂਰੀ 'ਚ ਖੂਨ ਚੋਰਿਆ ਹੈ। ਹੁਣ ਧਰਤੀ ਵੇਲ ਨਹੀਂ ਦਿੰਦੀ, ਸ਼ਰਮਿੰਦਾ ਹੋ ਗਿਆ। ਜਦੋਂ ਸਾਧੂਆਂ ਪੰਡਤਾਂ ਨੂੰ ਪਤਾ ਲੱਗੇ ਤੇ ਹਰਾਮ ਦੀ ਕਮਾਈ ਦਾ ਸਾਰੀ ਕੇ ਘਰ ਉੱਠ ਕੇ ਚਲੇ, ਕਿਸੇ ਵੇਲੇ ਤਾਂ ਭੋਜਨ ਖਾਧਾ ਹੀ ਨਹੀਂ ਖਾਧਾ। ਇਸ ਲਈ ਬਹੁਤ ਸਾਰੇ ਲੋਕ ਨੇ, ਲੋਕ ਵਿਖਾਵੇ ਲਈ ਧਾਰਮਿਕ ਕੰਮ ਕਰਦੇ ਹਨ ਵੀ ਮੈਂ ਕੋਈ ਘੱਟ ਹਾਂ, ਮੈਂ ਨਹੀਂ ਐਂ ਕਰ ਸਕਦਾ। ਬਹੁ ਕਰਮ ਕਰੇ ਕਿਛ ਥਾਂ ਨਾ ਪਾਏ। ਥਾਂ ਪੈਣ ਦਾ ਕਬੂਲ ਹੋਣਾ, ਪਰ ਉਹਦਾ ਕੋਈ ਵੀ ਕਰਮ ਪਰਮਾਤਮਾ ਦੀ ਦਰਗਾਹ 'ਚ ਕਬੂਲ ਨਹੀਂ ਹੁੰਦਾ, ਪ੍ਰਵਾਨ ਨਹੀਂ ਹੁੰਦਾ। ਆਪਾਂ ਪ੍ਰਵਾਨ ਕਹਿੰਦੇ ਹਾਂ, ਫਾਰਸੀ ਕਬੂਲ ਕਹਿੰਦੇ। ਜੇ ਉਹਨੇ ਆਪਣਾ ਦੋਸ਼ ਕਬੂਲ ਕਰ ਲਿਆ ਹੈ, ਮੰਨ ਲਿਆ, ਉਹਦਾ ਫਿਰ ਕਬੂਲ ਨਹੀਂ ਹੁੰਦਾ, ਥਾਂ ਹੀ ਨਹੀਂ ਪੈਂਦਾ। ਕਿ ਉਹ ਲੋਕ ਵਿਖਾਵੇ ਲਈ ਹੋਂ ਜਾ ਕੇ ਕਰਮ ਕਰ ਰਿਹਾ, ਹੋਂ ਜਾ ਕੇ ਭਾਵੇਂ ਕੋਈ ਵੀ ਕਰਮ ਕੀਤਾ ਜਾਵੇ, ਭਾਵੇਂ ਕਿੰਨਾ ਵੀ ਧਾਰਮਿਕ ਕਿਉਂ ਨਾ ਹੋਵੇ, ਉਹ ਥਾਂ ਨਹੀਂ ਪੈਂਦਾ। ਹੋਂ ਜਾ ਕੇ ਤੀਰਥ ਇਸ਼ਨਾਨ ਕੀਤਾ ਹੈ, ਨਹੀਂ ਥਾਂ ਪੈਂਦਾ। ਹੋਂ ਜਾ ਕੇ ਪਾਠ ਕੀਤਾ ਕਰਾਇਆ, ਨਹੀਂ ਥਾਂ ਪੈਂਦਾ।
ਹੋਂ 'ਚ ਆ ਕੇ ਦਾਨ ਦਿੱਤਾ, ਨਹੀਂ ਥਾਂ ਬੰਦਾ। ਨਿਮਰਤਾ ਹੋਣੀ ਚਾਹੀਦੀ ਹੈ, ਹਰ ਕਰਮ ਦੇ ਮਗਰ ਨਿਮਰਤਾ ਹੋਣੀ ਚਾਹੀਦੀ ਹੈ। ਅੱਗੇ ਕਹਿੰਦੇ ਤੁਝ ਤੇ ਬਾਹਰ ਕਿਛੂ ਨਾ ਹੋਵੇ। ਹੇ ਪਰਮਾਤਮਾ, ਤੇਰੇ ਤੋਂ ਬਾਹਰ ਤੇ ਕੁਝ ਹੋ ਹੀ ਨਹੀਂ ਸਕਦਾ। ਜੋ ਕੁਛ ਹੋ ਰਿਹਾ ਤੇਰੇ ਹੁਕਮ 'ਚ ਹੋ ਰਿਹਾ, ਬਾਹਰ ਕੁਝ ਨਹੀਂ ਹੋ ਸਕਦਾ। ਬਖਸ਼ੇ ਸ਼ਬਦ ਸੁਹਾਵਣੇ, ਜਿਹਨੂੰ ਫਿਰ ਨਾਮ ਦੀ ਦਾਤ ਦਿੰਦਾ ਸ਼ਬਦ, ਨਾਮ ਰਾਹੀਂ ਜਿਹਨੂੰ ਫਿਰ ਬਖਸ਼ ਦਿੰਦਾ ਹੈ, ਸੁਹਾਵਣਾ, ਉਹਦਾ ਜੀਵਨ ਸੁਹਾਵਣਾ ਹੋ ਜਾਂਦਾ ਹੈ। ਬੰਦਾ ਨਾਮ ਜਪਦਾ ਹੈ, ਫਿਰ ਪਰਮਾਤਮਾ ਨੂੰ ਬਖਸ਼ ਦਿੰਦਾ ਹੈ, ਫਿਰ ਉਹਦਾ ਜੀਵਨ ਸੁਹਾਵਣਾ ਹੋ ਜਾਂਦਾ ਹੈ। ਉਪਜੈ ਪਚੈ ਹਰ ਬੂਝੈ ਨਾਹੀਂ, ਅਣ ਦਿਨ ਦੂਜੈ ਭਾਏ ਫਿਰਾਹੇ। ਮਨਮੁਖ ਜਨਮ ਗਿਆ ਹੈ ਬਿਰਥ, ਅੰਤ ਗਿਆ ਪਛਤਾਵਣੇ। ਉਪਜੈ ਪੈਦਾ ਹੁੰਦਾ ਹੈ, ਪਚੈ ਖੁਆਰ ਹੁੰਦਾ ਹੈ। ਪੈਦਾ ਹੋਇਆ, ਖੁਆਰ ਹੁੰਦਾ ਰਿਹਾ। ਹਰ ਬੂਝੈ ਨਹੀਂ, ਪਰ ਪਰਮਾਤਮਾ ਦੀ ਸੋਝੀ ਨਹੀਂ ਹੈ। ਸੋਝੀ ਨਹੀਂ ਵੀ ਨਾਮ ਜਪਣਾ ਤਾਂ ਜੋ ਮੈਂ ਖੁਆਰੀ ਤੋਂ ਬਚਿਆ ਰਹਾਂ। ਇਸ ਗੱਲ ਦੀ ਉਹਨੂੰ ਸੋਝੀ ਕੋਈ ਨਹੀਂ। ਅਣ ਦਿਨ ਦੂਜੈ ਭਾਏ, ਦੂਜੈ ਭਾਏ ਹੁੰਦਾ ਮਾਇਆ ਨਾਲ ਪਿਆਰ। ਮਾਇਆ ਨਾਲ ਪਿਆਰ ਹੋਣ ਕਰਕੇ ਅਣ ਦਿਨ ਫਿਰਾਹੀ, ਦਿਨ ਰਾਤ ਭਟਕਦਾ ਰਹਿੰਦਾ ਹੈ। ਮਾਇਆ ਨਾਲ ਪਿਆਰ ਹੋਣ ਕਰਕੇ ਦਿਨ ਰਾਤ ਇੱਧਰ ਉੱਧਰ ਫਿਰਦਾ ਰਹਿੰਦਾ, ਭਟਕਦਾ ਰਹਿੰਦਾ। ਮਨਮੁਖ ਜਨਮ ਗਿਆ ਹੈ ਬਿਰਥ, ਮਨਮੁਖ ਦਾ ਜਨਮ ਤਾਂ ਵਿਅਰਥ ਚਲਾ ਜਾਂਦਾ। ਕਿ ਪਰਮਾਤਮਾ ਕਹਿੰਦਾ ਤੁਸੀਂ ਜਾ ਕੇ ਮੇਰਾ ਨਾਮ ਜਪਣਾ ਹੈ। ਮਨਮੁਖ ਹੋਣ ਕਰਕੇ ਨਾਮ ਜਪਦਾ ਨਹੀਂ। ਜਿਵੇਂ ਮਾਂ ਪਿਓ ਬੱਚੇ ਨੂੰ ਭੇਜਦੇ ਨੇ ਸਕੂਲੇ ਜਾ ਕੇ ਪੜ੍ਹ, ਟੀਚਰ ਵੀ ਕਹਿੰਦਾ ਭਾਈ ਪੜ੍ਹੋ, ਪਰ ਬੱਚਾ ਨਹੀਂ ਪੜ੍ਹ ਰਿਹਾ, ਇਹਦਾ ਮਤਲਬ ਆਪਣੇ ਸਮੇਂ ਨੂੰ ਖਰਾਬ ਕਰ ਰਿਹਾ। ਇਸ ਤਰ੍ਹਾਂ ਹੀ ਇਹ ਮਨੁੱਖਾ ਜੀਵਨ ਮਿਲਿਆ ਹੈ, ਇਹ ਨਾਮ ਜਪਣ ਲਈ ਮਿਲਿਆ ਹੈ, ਪਰ ਇਹ ਨਾਮ ਨਹੀਂ ਜਪਦਾ, ਇਸ ਲਈ ਆਪਣੇ ਜੀਵਨ ਨੂੰ ਵਿਅਰਥ ਗੁਆਰਿਆ ਹੈ। ਮਨਮੁਖ ਜਨਮ ਗਿਆ ਹੈ ਬਿਰਥ, ਮਨੁੱਖ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ। ਅੰਤ ਗਿਆ ਪਛਤਾਵਣੇ, ਅਤੇ ਅੰਤ ਨੂੰ ਜਦੋਂ ਇਸ ਸੰਸਾਰ ਤੋਂ ਜਾਂਦਾ ਨਾ ਫਿਰ ਪਛਤਾਉਂਦਾ, ਕਿ ਉਦੋਂ ਸੋਝੀ ਆਉਂਦੀ ਹੈ। ਜਦੋਂ ਜਮਦੂਤ ਲਿਜਾਂਦੇ ਨੇ, ਸਜ਼ਾਵਾਂ ਦਿੰਦੇ ਨਾ, ਫਿਰ ਸੋਝੀ ਆਉਂਦੀ। ਉਹ ਬੜਾ ਸੰਤਾਂ ਮਹਾਤਮਾ ਨੇ ਕਿਹਾ, ਬੜਾ ਸਾਧੂਆਂ ਨੇ ਕਿਹਾ, ਬੜਾ ਗੁਰੂਆਂ ਨੇ ਕਿਹਾ ਭਾਈ ਨਾਮ ਜਪ ਲਓ, ਮੈਂ ਕਦੇ ਉਹਨਾਂ ਦੀ ਗੱਲ 'ਤੇ ਕੰਨ ਹੀ ਨਹੀਂ ਧਰਿਆ, ਫਿਰ ਅਖੀਰ ਨੂੰ ਪਛਤਾਉਂਦਾ। ਇਹ ਬੰਦਾ ਸੁਣ ਲੈਂਦਾ, ਇਹ ਮੰਨਦਾ ਨਹੀਂ ਹੈਗਾ। ਸੁਣਦੇ ਬਹੁਤ ਦੁਨੀਆ ਰਹੀ ਹੁੰਦੀ ਹੈ, ਬੜੀ ਦੁਨੀਆ ਕੀਰਤਨ ਸੁਣਦੀ ਹੈ, ਬੜੀ ਦੁਨੀਆ ਕਥਾ ਸੁਣਦੀ ਹੈ, ਪਰ ਮੰਨਣ ਵਾਲਾ ਕੋਈ ਵਿਰਲਾ ਟਾਵਾਂ ਹੁੰਦਾ ਹੈ। ਇਹ ਮਨ ਪਰਚਾਵੇ ਲਈ ਸੁਣ ਲੈਂਦੇ ਹਨ। ਫਿਰ ਮਨੁੱਖ ਦੀ ਉਹ ਹਾਲ ਹੈ, ਫਿਰ ਪਰਦੇਸ ਸ਼ਿੰਗਾਰ ਬਣਾਏ। ਮਨਮੁਖ ਅੰਧ ਐਸੇ ਕਰਮ ਕਮਾਏ, ਹਲਤ ਨ ਸੋਭਾ। ਧਿਆਨ ਦੇ, ਹਲਤ ਸ਼ਬਦ ਹੈ ਇਹ ਹਿੰਦੀ ਦਾ, ਅਤੇ ਹਿੰਦੀ ਦੇ ਵਿੱਚ ਅੱਧਾ ਲੱਲਾ, ਇਹਨੂੰ ਪੰਜਾਬੀ ਤਰ੍ਹਾਂ ਹਲਤ ਐ ਨਹੀਂ ਪੜ੍ਹਨਾ, ਹਲਤ ਪਲਤ ਇਸ ਤਰ੍ਹਾਂ ਨਹੀਂ ਪੜ੍ਹਨਾ, ਹਲਤ ਪਲਤ ਤੇਜ਼ੀ ਨਾਲ ਪੜ੍ਹਨਾ, ਕਿਉਂਕਿ ਅੱਧਾ ਅੱਖਰ ਹੈ। ਜੇ ਮੈਨੂੰ ਯਾਦ, ਮੈਂ B.Ed ਕਰਦਾ ਸੀ, ਸਾਡੇ ਨਾਲ ਸਾਈਕੋਲੋਜੀ ਦਾ ਪ੍ਰੋਫੈਸਰ ਟੂਰ 'ਤੇ ਗਏ ਹੋਏ, ਅੱਗੇ ਉੱਥੇ ਲਿਖਿਆ ਸੀ ਮਿਲਕ ਬਾਰ। ਮੈਂ ਕਿਹਾ ਮਿਲਕ ਬਾਰ, ਮੈਨੂੰ ਪ੍ਰੋਫੈਸਰ, ਉਹ ਕਾਕਾ ਠੀਕ ਬੋਲ। ਮੈਂ ਜੀ ਮਿਲਕ ਬਾਰ, ਕਹਿੰਦੇ ਨਹੀਂ ਮਿਲਕ ਨਹੀਂ ਹੁੰਦਾ, ਮਿਲਕ ਹੁੰਦਾ।
ਕਹਿੰਦੇ ਪੰਜਾਬੀ 'ਚ ਪੂਰੇ ਅੱਖਰ ਹੁੰਦੇ ਨੇ, ਇਸ ਲਈ ਬੰਦਾ ਫਿਰ ਉਸੇ ਤਰ੍ਹਾਂ ਹੀ ਬੋਲਦਾ, ਮੰਮਣ ਸਿਆਰੀ ਲੱਲਾ ਕੱਕਾ ਮਿਲਕ। ਕਹਿੰਦੇ ਜੇ ਤੂੰ ਸਹੀ ਉਚਾਰਨ ਸਿੱਖਣਾ ਨਾ, ਫਿਰ ਤੂੰ ਹਿੰਦੀ ਦੀ ਡਿਕਸ਼ਨਰੀ, ਇੰਗਲਿਸ਼ ਟੂ ਹਿੰਦੀ, ਉਹ ਡਿਕਸ਼ਨਰੀ ਲੈ ਤੂੰ, ਉਹ 'ਚ ਫਿਰ ਤੈਨੂੰ ਪਤਾ ਲੱਗੂ ਇਹਨੂੰ ਕੀ ਬੋਲਣਾ। ਜੋ ਮੈਂ ਉਹ ਡਿਕਸ਼ਨਰੀ ਲਈ ਭਾਰਗਵ ਡਿਕਸ਼ਨਰੀ ਸੀ, ਉਹ ਜਿਹੜੇ ਮੰਮੇ ਨੇ ਸਿਆਰੀ ਅੱਧਾ ਲੱਲਾ ਕੱਕਾ ਮਿਲਕ। ਸੋ ਇਸ ਲਈ ਤਾਂ ਅਸੀਂ ਦੱਸਦੇ ਹਾਂ ਵੀ ਪੰਜਾਬੀ 'ਚ ਅੱਧੇ ਅੱਖਰ ਹੈ ਨਹੀਂ। ਜੇ ਤੇ ਪੰਜਾਬੀ ਦਾ ਸ਼ਬਦ ਹੁੰਦਾ ਫਿਰ ਪੜ੍ਹਦੇ, ਫਿਰ ਤੂੰ ਉਸੇ ਤੇ ਪੜ੍ਹਨਾ ਸੀ ਜਿਵੇਂ ਲਿਖਿਆ ਹੋਇਆ ਹੈ। ਫਿਰ ਆਪਾਂ ਪੜ੍ਹਦੇ ਹਲਤ, ਪਰ ਲਿਖਿਆ ਪੰਜਾਬੀ 'ਚ ਹੈ ਅਤੇ ਸ਼ਬਦ ਹੈ ਹਿੰਦੀ ਦਾ, ਤਾਂ ਫਿਰ ਇਹਦਾ ਉਚਾਰਨ ਹਿੰਦੀ ਦੀ ਤਰ੍ਹਾਂ ਹੀ ਹੋਵੇਗਾ, ਨਹੀਂ ਤਾਂ ਗਲਤ ਹੋ ਜਾਏਗਾ। ਕੋਈ ਹਿੰਦੀ ਵਾਲਾ ਬੰਦਾ ਬੈਠਾ ਹੋਵੇ ਅਤੇ ਆਪਾਂ ਕੜੀ ਹਲਤ ਨਾ ਸੋਭਾ ਪਲਤ ਨਾ ਢੋਈ, ਉਹ ਕੀ ਯਾਰ ਇਹਨਾਂ ਨੂੰ ਪੜ੍ਹਨਾ ਹੀ ਨਹੀਂ ਆਉਂਦਾ। ਹੁਣ ਪੜ੍ਹ ਲਓ, ਮੰਨ ਲਓ ਮੈਂ ਪੜ੍ਹ ਰਿਹਾ, ਜਿੰਨੇ ਨਾਮ ਧਿਆਇਆ ਗਏ ਮਸਕਤ ਘਾਲ, ਉਹ ਕਿਆ ਪੜ੍ਹ ਰਿਹਾ ਹੈ? ਜੇ ਪੜ੍ਹਦਾ ਜਿੰਨੇ ਨਾਮ ਧਿਆਇਆ ਗਏ ਮਸਕਤ ਘਾਲ, ਉਹ ਕਹੇਗਾ ਇਹਨੂੰ ਫਾਰਸੀ ਨਹੀਂ ਆਉਂਦੀ ਹੈ। ਜੇ ਪੜ੍ਹਦਾ ਜਿੰਨੇ ਨਾਮ ਧਿਆਇਆ ਗਏ ਮਸ਼ੱਕਤ ਘਾਲ, ਉਹ ਕਹੇ ਹਾਂ ਇਸ ਬੰਦੇ ਨੂੰ ਫਾਰਸੀ ਆਉਂਦੀ, ਕਿਉਂਕਿ ਮਸ਼ੱਕਤ ਫਾਰਸੀ ਦਾ ਸ਼ਬਦ ਹੈ, ਇਹਨੂੰ ਅਸੀਂ ਪੰਜਾਬੀ ਦੀ ਤਰ੍ਹਾਂ ਨਹੀਂ ਪੜ੍ਹ ਸਕਦੇ। ਨਹੀਂ ਤਾਂ ਫਿਰ ਅਸੀਂ ਪੜ੍ਹ ਦਾਂਗੇ ਮਸਕਤ, ਕਿਉਂਕਿ ਉੱਤੇ ਅਦਕ ਤਾਂ ਲੱਗੀ ਨਹੀਂ। ਗੁਰੂ ਗ੍ਰੰਥ 'ਚ ਕਿਤੇ ਵੀ ਅਦਕ ਨਹੀਂ ਲੱਗੀ ਹੋਈ, ਕਿਤੇ ਵੀ ਪੈਰ 'ਚ ਬਿੰਦੀ ਨਹੀਂ ਲੱਗੀ। ਸਾਰੇ ਗੁਰੂ ਗ੍ਰੰਥ ਵਿੱਚ ਕਿਸੇ ਅੱਖਰ 'ਤੇ ਅਦਕ ਨਹੀਂ ਲੱਗੀ, ਕਿਸੇ ਅੱਖਰ 'ਚ ਅੱਖਰ ਦੇ ਵਿੱਚ ਪੈਰ 'ਚ ਬਿੰਦੀ ਨਹੀਂ ਲੱਗੀ, ਪਰ ਬੋਲਿਆ ਅਦਕ ਲਾ ਕੇ ਜਾਂਦਾ ਹੈ ਅਤੇ ਬਿੰਦੀ ਲਾ ਕੇ ਬੋਲਿਆ ਜਾਂਦਾ। ਜੇ ਮਸਕਤ ਪੜ੍ਹੋਗੇ ਤਾਂ ਬਿਲਕੁਲ ਹੀ ਗਲਤ ਹੋ ਜਾਏਗਾ। ਜੇ ਮਸਕਤ ਪੜ੍ਹੋਗੇ ਤਾਂ 50% ਠੀਕ ਅਤੇ 50% ਗਲਤ। ਜੇ ਮਸ਼ੱਕਤ ਪੜ੍ਹੋਗੇ ਫਿਰ ਠੀਕ ਹੈ, ਕਿਉਂਕਿ ਉਹ ਫਾਰਸੀ ਦਾ ਸ਼ਬਦ ਹੈ। ਤਾਂ ਮੈਂ ਕਈ ਵਾਰੀ ਦੱਸਦਾ ਰਹਿੰਦਾ ਕਿਸੇ ਨੂੰ, ਹਲਤ ਨਾ ਸੋਭਾ ਪਲਤ ਨਾ ਢੋਈ ਐ ਨਹੀਂ ਪੜ੍ਹਨਾ। ਹਲਤ ਨਾ ਸੋਭਾ ਪਲਤ ਨਾ ਢੋਈ, ਬਿਰਥਾ ਜਨਮ ਗਵਾ ਬਣਿਆ। ਕਹਿੰਦੇ ਪਿਰ ਪ੍ਰਦੇਸ਼ ਸ਼ਿੰਗਾਰ ਬਣਾਏ। ਪਤੀ ਤੇ ਪ੍ਰਦੇਸ਼ ਗਿਆ ਹੋਇਆ ਅਤੇ ਉਹਦੀ ਘਰਵਾਲੀ ਇੱਥੇ ਬੈਠ ਕੇ ਸ਼ਿੰਗਾਰ ਕਰ ਰਹੀ ਹੈ। ਉਹਨੂੰ ਪੁੱਛੋ ਤੂੰ ਕਿਹਦੇ ਲਈ ਹਾਰ ਸ਼ਿੰਗਾਰ ਕਰ ਰਹੀ? ਹਾਰ ਸ਼ਿੰਗਾਰ ਤੇ ਪਤੀ ਲਈ ਕੀਤਾ ਜਾਂਦਾ। ਕੁਆਰੀ ਲੜਕੀ ਹਾਰ ਸ਼ਿੰਗਾਰ ਨਹੀਂ ਕਰਦੀ, ਵਿਆਹੀ ਹੋਈ ਹਾਰ ਸ਼ਿੰਗਾਰ ਕਰਦੀ ਹੈ। ਤੂੰ ਕਿਹਦੇ ਲਈ ਕਰਦੀ ਹੈ? ਆਪਣੇ ਪਤੀ ਲਈ ਕਰਦੀ ਹੈ, ਪਤੀ ਨੂੰ ਖੁਸ਼ ਕਰਨ ਲਈ ਕਰਦੀ ਹੈ। ਜਿਹਨਾਂ ਨਹੀਂ ਗਿਆਨ ਉਹ ਲੋਕਾਂ ਨੂੰ ਖੁਸ਼ ਕਰਨ ਲਈ ਹਾਰ ਸ਼ਿੰਗਾਰ ਕਰਦੇ ਨੇ। ਵਿਆਹ 'ਚ ਜਾਣਗੇ ਹਾਰ ਸ਼ਿੰਗਾਰ ਕਰਨਗੇ, ਲੋਕਾਂ ਲਈ ਕਰਦੇ ਨੇ। ਜੇ ਪਤੀ ਲਈ ਕਰਨ ਤਾਂ ਫਿਰ ਹਰ ਵਕਤ ਹੀ ਹਾਰ ਸ਼ਿੰਗਾਰ ਕਰਕੇ ਰੱਖਣ। ਬੀਬੀਆਂ ਵੀ ਲੋਕਾਂ ਲਈ ਹਾਰ ਸ਼ਿੰਗਾਰ ਕਰਦੀਆਂ ਹਨ, ਆਪਣੇ ਪਤੀ ਲਈ ਨਹੀਂ ਕਰਦੀਆਂ। ਹਾਲਾਂਕਿ ਹਾਰ ਸ਼ਿੰਗਾਰ ਵਿਆਹ ਤੋਂ ਬਾਅਦ ਹੀ ਸ਼ੁਰੂ ਹੁੰਦਾ ਹੈ, ਹਾਰ ਸ਼ਿੰਗਾਰ ਹੁੰਦਾ ਹੀ ਪਤੀ ਲਈ ਹੈ। ਫਿਰ ਪਤੀ ਦਾ ਪ੍ਰਦੇਸ਼ ਗਿਆ ਹੋਇਆ, ਕਿਤੇ ਕਨੇਡਾ ਅਮਰੀਕਾ ਕਿਤੇ ਹੋਰ ਹੈ, ਉਹ ਇੱਥੇ ਹਾਰ ਸ਼ਿੰਗਾਰ ਕਰ ਰਹੀ ਹੈ। ਲੋਕ ਕਹਿਣਗੇ ਇਹ ਕਿਹਦੇ ਲਈ ਕਰਦੀ ਹੈ? ਵੀ ਕਿਹਦੇ ਲਈ ਸ਼ਿੰਗਾਰ ਕਰ ਰਹੀ? ਇਹਦੇ ਘਰ ਵਾਲਾ ਤਾਂ ਨਹੀਂ। ਤੇ ਜਿਵੇਂ ਵਿਧਵਾ ਜਨਾਨੀ ਹਾਰ ਸ਼ਿੰਗਾਰ ਕਰੇ, ਲੋਕ ਗੱਲਾਂ ਕਰਦੇ ਨੇ ਵੀ ਇਹਦੇ ਘਰ ਵਾਲਾ ਤਾਂ ਮਰ ਗਿਆ, ਕਿਹਦੇ ਲਈ ਹਾਰ ਸ਼ਿੰਗਾਰ ਕਰ ਰਹੀ ਹੈ? ਅਤੇ ਜੇ ਉਹਦੇ ਮਨ 'ਚ ਚੱਲ ਮਗਰ ਲੱਥਾ ਮਰਿਆ ਮਗਰ ਲੱਥਾ, ਫਿਰ ਠੀਕ ਹੈ, ਫਿਰ ਕਰੀ ਜਾਓ। ਸਾਰੇ ਬੰਦੇ ਚੰਗੇ ਨਹੀਂ ਹੁੰਦੇ। ਬੜੀ ਜਨਾਨੀ ਕਈ ਬੰਦੇ ਤੰਗ ਹੁੰਦੀਆਂ ਨੇ, ਅਤੇ ਕਈ ਬੰਦੇ ਜਨਾਨੀ ਦੇ ਤੰਗ ਹੁੰਦੇ ਨੇ। ਜਨਾਨੀ ਮਰਦੀ ਹੈ ਉੱਤੋਂ ਉੱਤੋਂ ਕਦੇ ਵਿੱਚੋਂ ਚੰਗਾ ਮਗਰੋਂ ਲੱਥੀ ਜ਼ਿੰਦਗੀ ਨਰਕ ਬਣਾ ਰੱਖਿਆ। ਅਤੇ ਜੇ ਭਾਈ ਵੀ ਸ਼ਰਾਬ ਸ਼ਰੂਬ ਪੀ ਕੇ ਕੁੱਟੀ ਜਾਂਦਾ ਆਪਣੇ ਘਰ ਵਾਲੇ, ਦੇ ਖਰਚਾ ਦਿੰਦਾ ਨਹੀਂ, ਤਾਂ ਉਹ ਕਹਿੰਦੇ ਠੀਕ ਹੈ, ਉਹ ਲੋਕ ਵਿਖਾਵੇ ਲਈ ਰੋਂਦੀ ਹੈ, ਵਿੱਚੋਂ ਕਹਿੰਦੇ ਮਰਿਆ ਮਗਰੋਂ ਲੱਥਾ। ਅਤੇ ਜਿਹੜੀ ਨੌਕਰੀ ਕਰਦੀ ਉਹ ਤਾਂ ਬਿਲਕੁਲ ਵੀ ਨਹੀਂ ਰੋਂਦੀ।
ਜਿਹੜੀ ਨੌਕਰੀ ਨਹੀਂ ਕਰਦੇ ਉਹ ਸਿਰਫ ਇਸ ਲਈ ਰੋਂਦੀ ਹੈ ਕਿ ਹੁਣ ਮੈਂ ਰੋਟੀ ਕਿੱਥੋਂ ਖਾਵਾਂਗੀ, ਭਾਵੇਂ ਮੈਨੂੰ ਕੁੜਦਾ ਮਾਰਦਾ ਪਰ ਰੋਟੀ ਰੜ ਤਾਂ ਮਿਲਦੀ ਸੀ। ਹੁਣ ਕੀ ਕਰਾਂਗੇ, ਬੱਚੇ ਵੀ ਪਾਲਣੇ ਨੇ, ਕਮਾਈ ਦਾ ਸਾਧਨ ਕੋਈ ਨਹੀਂ ਹੈਗਾ। ਇਸ ਲਈ ਕਹਿੰਦੇ ਪਤੀ ਤੇ ਪ੍ਰਦੇਸ਼ ਗਏ ਤੇ ਇਸਤਰੀ ਜਿਹੜੇ ਹਾਰ ਸ਼ਿੰਗਾਰ ਕਰ ਰਹੀ ਹੈ। ਮਨਮੁਖ ਅੰਧ ਐਸੇ ਕਰਮ ਕੋ, ਜਿਹੜਾ ਮਨਮੁਖ ਹੈ ਅੰਧ ਮੈਨੇ ਅੰਨਾ ਭਾਵ ਅਗਿਆਨੀ, ਉਹ ਵੀ ਇਹੋ ਜਿਹੇ ਕੰਮ ਕਰਦਾ, ਉਹ ਇਹੋ ਜਿਹੇ ਕੰਮ ਕਰਦਾ। ਉਹ ਪਰਮਾਤਮਾ ਨੂੰ ਖੁਸ਼ ਕਰਨ ਵਾਲੇ ਕੰਮ ਨਹੀਂ ਕਰਦਾ, ਲੋਕਾਂ ਨੂੰ ਖੁਸ਼ ਕਰਨ ਵਾਲੇ ਕੰਮ ਕਰਦਾ ਰਹਿੰਦਾ ਹੈ। ਜਦੋਂ ਕਿ ਸਾਨੂੰ ਹਰ ਕੰਮ ਪਰਮਾਤਮਾ ਨੂੰ ਖੁਸ਼ ਕਰਨ ਲਈ ਕਰਨਾ ਚਾਹੀਦਾ। ਅਸੀਂ ਗੁਰਮੁਖ ਹਾਂ, ਗੁਰੂ ਨੂੰ ਖੁਸ਼ ਕਰਨਾ ਜਾਂ ਪਰਮਾਤਮਾ ਨੂੰ ਖੁਸ਼ ਕਰਨਾ, ਲੋਕਾਂ ਤੋਂ ਕਦੇ ਗੱਲਾਂ। ਗੁਰੂ ਕਹਿੰਦੇ ਲੋਗਨ ਕੀਆਂ ਵਡਿਆਈਆਂ ਨਾਨਕ ਕੰਮ ਨੇ ਕੰਮ, ਉਹ ਕਹਿੰਦੇ ਲੋਕਾਂ ਦੀ ਵਡਿਆਈ ਮੇਰੇ ਕਿਹੜੇ ਕੰਮ ਨੇ। ਜੇ ਮੇਰੀ ਗੁਰੂ ਵਡਿਆਈ ਕਰੇਗਾ ਜਾਂ ਪਰਮਾਤਮਾ ਕਰੇਗਾ ਤਾਂ ਗੱਲ ਬਣਨੀ। ਇਸ ਲਈ ਮਨਮੁਖ ਹੈ, ਆਪਣੀ ਮਰਜ਼ੀ ਅਨੁਸਾਰ ਕਰਦਾ ਹੈ, ਲੋਕ ਵਿਖਾਵੇ ਲਈ ਕਰਦਾ ਹੈ, ਇਹ ਅੰਨਾ ਹੈ, ਇਹ ਅਗਿਆਨੀ ਹੈ। ਮਨਮੁਖ ਵੀ ਉਸ ਔਰਤ ਵਾਂਗੂ ਕੰਮ ਕਰਦਾ ਜਿਹਦਾ ਪਤੀ ਪ੍ਰਦੇਸ਼ ਗਿਆ ਹੋਇਆ ਹੈ। ਪਰ ਮਨਮੁਖ ਰੱਬ ਨੂੰ ਤਾਂ ਮੰਨਦਾ ਨਹੀਂ। ਰੱਬ ਸਾਡਾ ਪਤੀ ਹੈ, ਉਹਨੂੰ ਖੁਸ਼ ਕਰਨ ਲਈ ਕੁਛ ਨਹੀਂ ਕਰ ਰਿਹਾ। ਹਲਤ ਨਾ ਸੋਭਾ ਪਲਤ ਨਾ ਢੋਏ, ਐਸੇ ਮਨਮੁਖ ਨਾ ਲੋਕ ਸੋਭਾ ਨਾ ਪਰਲੋਕ 'ਚ ਕੋਈ ਆਸਰਾ ਮਿਲਦਾ। ਢੋਈ ਹੁੰਦਾ ਆਸਰਾ, ਢੋ ਲਾ ਲਿਆ ਆਪਾਂ ਕਈ ਬੈਠਣ ਵੇਲੇ। ਸਰੀਰ ਬੁੜਾ ਹੋ ਜਾਏ, ਲੱਕ ਥੱਕ ਕੰਮ ਨਾ ਪੂਰਾ ਕਰਦਾ ਹੋਵੇ, ਫਿਰ ਜਿਹੜੇ ਜਿੰਨੇ ਆਉਂਦੇ ਨੇ ਤੇ ਸਾਰੇ ਕੰਧ ਦੇ ਨਾਲ ਬੈਠਦੇ ਨੇ। ਕਈ ਚੰਗੇ ਭਲੇ ਵੀ ਬੈਠੇ ਨੇ ਵੀ ਭਲੇ ਭਲੇ ਤੁਸੀਂ ਆਪਣੇ ਆਸਰੇ 'ਤੇ ਬੈਠੋ, ਤੁਸੀਂ ਹੁਣੇ ਹੀ ਜਵਾਨੀ 'ਚ ਕਿਸੇ ਦੇ ਆਸਰੇ ਬੈਠੇ ਹੋ, ਫਿਰ ਤਾਂ ਸਾਨੂੰ ਦੂਜਿਆਂ ਦੇ ਆਸਰੇ ਰਹਿਣ ਦੀ ਆਦਤ ਪੈ ਜਾਏਗੀ। ਆਪਣੇ ਆਸਰੇ ਰਹੋ। ਹਾਂ, ਜਦੋਂ ਆਪਾਂ ਬੇਆਸਰੇ ਹੋ ਗਏ ਵੀ ਹੁਣ ਸਰੀਰ ਨਹੀਂ ਓਟ ਆਸਰੇ ਤੋਂ ਬਿਨਾਂ ਬਹਿ ਹੁੰਦਾ, ਉਹਦੇ ਤਾਂ ਢੋਲ ਲਾਉਂਦਾ ਚੰਗਾ ਲੱਗਦਾ ਬੰਦਾ, ਫਿਰ ਨਹੀਂ ਇਹ ਤਾਂ ਚੰਗੇ ਪਹਿਲੇ ਵੀ ਢੋਲ ਲਾ ਕੇ ਪੈ ਜਾਣ। ਆਦਤ ਹੀ ਨਹੀਂ ਪਾਈ ਇੰਡੀਪੈਂਡੈਂਟ ਹੋਣ ਦੀ। ਇਹ ਤਾਂ ਡਿਪੈਂਡੈਂਟ ਹੋਣਾ, ਇਹ ਤਾਂ ਕਿਸੇ 'ਤੇ ਨਿਰਭਰ ਕਰਨਾ। ਕਿਸੇ 'ਤੇ ਨਿਰਭਰ ਹੋਣਾ ਤਾਂ ਜ਼ਿੰਦਗੀ ਨਰਕ ਹੁੰਦੀ ਹੈ। ਜ਼ਿੰਦਗੀ ਅਸਲ ਓਨਾ ਚਿਰ ਜਿਉਣ ਦਾ ਆਨੰਦ ਹੈ ਜਿੰਨਾ ਚਿਰ ਤੁਸੀਂ ਕਿਸੇ 'ਤੇ ਨਿਰਭਰ ਨਹੀਂ ਹੋ। ਜਦੋਂ ਤੁਸੀਂ ਕਿਸੇ 'ਤੇ ਨਿਰਭਰ ਹੋ ਫਿਰ ਤੁਸੀਂ ਤਰਸ ਦੇ ਪਾਤਰ ਹੋ। ਉਹਦਾ ਜੀ ਕਰੇ ਤੁਹਾਡੀ ਸਹਾਇਤਾ ਕਰੇ, ਜੀ ਨਾ ਕਰੇ। ਜੀ ਕਰੇ ਤੁਹਾਨੂੰ ਰੋਟੀ ਦੇਵੇ, ਜੀ ਕਰੇ ਨਾ ਕਰੇ ਤੁਸੀਂ ਆਪ 'ਤੇ ਕੁਛ ਕਰ ਨਹੀਂ ਸਕਦੇ। ਜਦੋਂ ਬੰਦਾ ਬਿਮਾਰ ਹੋ ਜਾਂਦਾ ਜਾਂ ਬਹੁਤ ਜ਼ਿਆਦਾ ਬੁੱਢਾ ਦੇ ਮੰਜੇ 'ਤੇ ਪੈ ਜਾਂਦਾ ਹੈ, ਅਸਲ 'ਤੇ ਉਦੋਂ ਹੀ ਨਰਕ ਸ਼ੁਰੂ ਹੁੰਦਾ ਜਾ ਕੇ। ਕਿਉਂ? ਹੁਣ ਕਿਸੇ 'ਤੇ ਨਿਰਭਰ, ਆਪ ਕੁਛ ਵਿਚਾਰਾ ਕਰ ਨਹੀਂ ਸਕਦਾ ਹੈ। ਜੇ ਔਲਾਦ ਚੱਜਦੀ ਹੈ ਤਾਂ ਰੋਟੀ ਪਾਣੀ ਵੇਲੇ ਸਿਰ ਦਿੰਦੀ ਰਹਿੰਦੀ ਹੈ, ਅਤੇ ਜੇ ਉਹ ਨਲਾਇਕ ਨੇ ਤਾਂ ਕਿ ਚੱਲ ਜਾ ਬੁੜਿਆ ਰੌਲ ਨਾ ਪਾ, ਬੈਠਾ ਰਹਿ, ਦੇ ਦਿਨ ਤਾਂ ਰੋਟੀ ਕਿਤੇ ਭੱਜੀ ਜਾਂਦੀ ਹੈ। ਇਸ ਲਈ ਕਹਿੰਦੇ ਇਹ ਜਿਹੜੇ ਮਨਮੁਖ ਨੇ ਇਹ ਆਪਣੀ ਮਰਜ਼ੀ ਕਰਦੇ ਨੇ, ਇਹ ਅਗਿਆਨੀ ਨੇ। ਇਹਨਾਂ ਨਾ ਲੋਕ 'ਚ ਸੋਭਾ ਅਤੇ ਨਾ ਪਰਲੋਕ 'ਚ ਕੋਈ ਢੋਈ ਮਿਲਦੀ ਹੈ। ਬਿਰਥਾ ਜਨਮ ਗਵਾ ਬਣੇ, ਇਹ ਵਿਅਰਥ ਜਨਮ ਗਵਾ ਕੇ ਚਲੇ ਜਾਂਦੇ। ਅੱਗੇ ਕਹਿੰਦੇ ਹਰ ਕਾ ਨਾਮ ਕਿਨੇ ਵਿਰਲੇ ਜਾਤਾ। ਜਦੋਂ ਪੜ੍ਹਨਾ ਨੇ ਜਿਹੜੇ ਦਲਾਵਾਂ ਨੇ ਬੜਾ ਖਿਆਲ ਨਾਲ ਪੜ੍ਹਨੀ ਹੈ, ਕਿਉਂਕਿ ਦਲਾਵਾਂ ਜੇ ਲਾਂ ਪੜ੍ਹਾਂਗੇ ਅਰਥ ਹੀ ਬਦਲ ਜਾਂਦੇ ਨੇ। ਸੋ ਬਾਣੀ ਪੜ੍ਹਦੇ ਸਮੇਂ ਲਾਂ ਦਲਾਂ ਦਾ ਬੜਾ ਖਿਆਲ ਰੱਖਣਾ। ਹਰ ਕਾ ਨਾਮ ਕਿਨੇ ਵਿਰਲੇ ਜਾਤਾ, ਪੂਰੇ ਗੁਰ ਕੈ ਸ਼ਬਦ ਪਛਤ, ਅਣ ਦਿਨ ਭਗਤ ਕਰੇ ਦਿਨ ਰਾਤੇ, ਸਹਿਜੇ ਹੀ ਸੁਖ ਪਾਵਣਿਆ। ਹਰ ਕਾ ਨਾਮ ਕਿਨੇ ਵਿਰਲੇ ਜਾਤਾ, ਕਿਸੇ ਵਿਰਲੇ ਟਾਵੇਂ ਨੂੰ ਹਰੀ ਦੇ ਨਾਮ ਦੀ ਮਹਾਨਤਾ ਦਾ ਪਤਾ, ਇਹਦੀ ਮਹਿਮਾ ਦਾ ਤਾਂ ਕਿਸੇ ਵਿਰਲੇ ਟਾਵੇਂ ਨੂੰ ਪਤਾ ਵੀ ਵਾਕਈ ਨਾਮ ਜਪਣ ਦਾ ਆਹ ਲਾਭ ਹੈ। ਕਿਉਂਕਿ ਜਿੰਨਾ ਚਿਰ ਅਸੀਂ ਕੋਈ ਕੰਮ ਕਰਕੇ ਨਹੀਂ ਵੇਖਦੇ, ਉਹਨਾਂ ਚਿਰ ਸਾਨੂੰ ਕੀ ਪਤਾ ਲੱਗੇ ਚੰਗਾ ਕਿ ਮੰਦਾ ਹੈ, ਇਹ ਲਾਭਦਾਇਕ ਕਿ ਹਾਨੀਕਾਰਕ ਹੈ। ਨਾਮ ਜਪ ਕੇ ਜਦੋਂ ਦੇਖਾਂਗੇ ਕਿ ਹਾਂ
ये तो वाकई बड़े लाभ ने। फिर बंदा लगता इस पासे, इसलिए वो विरला टाम है कोई। हर का नाम किने विरला जाता। किसी विरले टाम ने हरि दे नाम नू जाने, पाव दी महानता नू जाने। वो किवें जाने उसने? गुर कै शब्द पछत, पूरे गुर कै शब्द पछत। पूरे गुरु ने जो गुरमंत्र दिता, शब्द गुरमंत्र, वो गुरमंत्र दे राही उस नू इस नाम दी महिमा दा पता लगा। क्यों? फिर जपया ना नाम, जैसे नाम जपे कारज रास होने शुरू हो गए, मन नू शांति मिल गई है, आदर मान सत्कार होने लग पिया है। अगला कहता भी वाकई नाम च है गल कोई। फिर की करदा? जदों पहचान आ गई नाम दी महिमा दी, अण दिन भगत करे दिन राते। अण दिन होंदा दिन रात, दिन रात फिर परमात्मा की भगती करता है। सहजे ही सुख पावने, ते सह सुभाए नूं सुख की प्राप्ति हो जाए। इत्थे खखे नूं कला सुख पाव आनंद, ते फिर सहजे उसनूं आनंद की प्राप्ति हो जाती है। सुख का तो विरोधी शब्द हैगा संसार च, सुख का विरोधी शब्द है दुख, पर आनंद का विरोधी शब्द ही कोई नहीं। जिन्होंने एक बारी आनंद की प्राप्ति हो गई ना, बस सदा ही मरण तक आनंद विच ही रहिंदा है। फिर भावें दुख हो, सुख हो, गरीबी हो, अमीरी हो, वो आनंद विच ही रहिंदा है, क्योंकि उन्होंने परमात्मा के भाणे की समझ आ जाती है। क्योंकि फिर कहते जे दुख दें तो तुझे आराधी, सुख पी तुझे त्याई। हे परमात्मा, जे तू दुख देंगा तो भी तेरा नाम जपांगा, सुख देंगा तो भी तेरा नाम जपांगा। कोई नहीं कहता भी दुख देंगा मैं नहीं तेरा नाम जपदा। कैसे दुख दे सुख दे, मैं तो तेरा नाम जपना बस। ये ब्रह्म ज्ञान दी बातें हैं। सब में वर्तै एको सोई, गुरमुख विरला बूझे कोई। नानक नाम रते जन सो हैं, कर कृपा आप मिलावणिया। सब में वर्तै एको सोई, एक परमात्मा ही सारिਆਂ ਦੇ ਵਿੱਚ ਵਰਤ ਰਿਹਾ है। गुरमुख विरला बूझे कोई, भाई कोई विरला टावा जिहड़ा गुरमुख हो जाता है, ਉਹਨੂੰ ਇਹਦਾ ਸੋਝੀ ਆਉਂਦੀ है, ਉਹਨੂੰ पता लगता है परमात्मा सारिਆਂ 'ਚ ਵਸਦਾ है। नानक नाम रते जन सोहें। फिर जिहड़े व्यक्ति नाम नाल रंगे जाते हैं, वो कहते सोहने लगते हैं। कर कृपा आप मिलावणे, ते परमात्मा कृपा करके उन्होंने अपने नाल मिला लेंदा है, क्योंकि नाम जपदे ने, गुरु दे आखे लगदे ने। अगे कहते माज महला तीजा, माज महला तीजा या माज महला तीजा एक ही गल। उंज व्याकरण अनुसार का उच्चारण महला चाहिए। मनमुख पढ़े पंडित कहावें, दूजे पाए महा दुख पावें। बिख्या माते किच सूझे नहीं, फिर जूनी आवणिया। जिहड़े मनमुख ने अपनी मर्जी करन वाले हैं, पढ़े, ये भी धार्मिक ग्रंथ पढ़ते हैं। पंडित कहावें, पंडित विद्वान नूं कहंदे ने। ब्राह्मण उन्होंने कहते जिन्हें ब्रह्म नूं जान लिया है, जिन्हें रब नूं जान लिया उन्होंने कहते ब्राह्मण, तो जिहड़ा विद्वान हुंदा उन्होंने कहते पंडित। समा पा के ये जात ही बन गई। मनमुख पढ़े पंडित खावें। मनमुख भी धार्मिक ग्रंथ पढ़ते हैं तो अपने अपने विद्वान कहलाउंदे ने भी सानू बड़ा ज्ञान है, पर दूजे पाए पर माया नाल प्यार हुंदा है। वो माया की खातर ही धार्मिक ग्रंथ पढ़ते हैं। जिवें एक बंदा पाठी बन गया,
कोई जरूरी नहीं वो गुरमुख होवे। वो तो इसलिए पाठी बन गया भी चलो पाठ करके रोटी पानी का प्रबंध हो जाएगा। अंदरों कई बारी गुरमुख नहीं हुंदा। जिहड़ा पाठी गुरमुख हुंदा ना वो अपनी ड्यूटी दे विच कदे भी लापरवाही नहीं करता, कि उन्हें पता हुंदा मैं पाठ कर रहा, गुरु महाराज मैनू वेख रहे हैं। ये वेले सिर आया, ये वेले सिर गया, कि लेट आया कि पहला चले, किते सौं ते नहीं गया, किते वर्के तो दो चार कट्ठे उल्टा रहा। क्योंकि जिथे कोई नहीं वेख रहा हुंदा उत्थे कई बारी पाठी सौ जांदा। वो फिर गुरमुख दे ना होया। मनमुख डर के जिंदगी जिउंदा है कि मैनू कोई वेख रहा। गुरमुख डर के जिंदगी नहीं जिउंदा, वो अपनी ड्यूटी समझ के काम करता। बेस चीज़ दे मैनू पैसे मिलते हैं, इस काम नू ध्यान नाल करना मेरा फर्ज है। इसलिए कहते दूजे भाए वो जिहड़े पढ़ते ने ना धार्मिक ग्रंथ, वो तो माया नाल प्यार होने करके पढ़ते हैं। महां दुख पावें तो महान दुख की प्राप्ति उन्होंने होंदी है। क्यों? वो जो पढ़ते हैं उस तरह जीवन नहीं जिउंदे, वो तो सिर्फ इसलिए पढ़ रहे हैं कि उसके बदले उन्होंने पैसे मिलते हैं। एक पाठी है, पाठ कर रहा है, सुना रहा लोगों को, उन्होंने पैसे मिलते हैं बस। जिवें एक कीर्तनी है, बड़ा वधिया कीर्तन किया, दो बंदे कह चले वो घर चलते हैं यार बई उन्होंने बधाई देना जी तुसीं बहुत वधिया कीर्तन करते हो। जो घर गए वो बोतल उन्हें की कशहरा पाया, बनैन पाई हुई है, बोतल खोल के शराब पी रहा है। वो हक्के बक्के रह गए। कहते ज्ञानी जी आ की? कहना मेरी अपनी प्राइवेट लाइफ है, वो तो लोगों के सामने से मैं कीर्तन करदा। सिर्फ पैसे लिए कीर्तन किया जा रहा है, जीवन उस तरह का नहीं है। इसलिए इहो ਜਿਹੇ लोगों का वधिया प्रभाव नहीं पैंदा। उसे प्रचारक का ही लोगों ते प्रभाव पैंदा जिसकी जिंदगी भी प्रचार अनुसार है। ये प्रचार होर कुछ कर रहा है, कर होर कुछ रहा है, वो प्रचार का असर नहीं हुंदा। यही कारण है कि कितनी दुनिया प्रचार कर रही सिख धर्म, पाठा राही, कीर्तन राही, कथा वार्ता राही, लैक्चर राही, दीवाना राही। ये बंदा उसे खड़ा है। जे दो चार सुधरते 10-12 बिगड़ जाते हैं। इसलिए गल बनती कोई नहीं है। इसलिए गुरु महाराज कहते ये जिहड़े मन मुख ने ना दूजे पाए माया नाल प्यार है, इसलिए धार्मिक ग्रंथ पढ़ रहे हैं तो सुना रहे हैं। महा दुख पावें ये फिर दुख पाउंदे ने। बिख्या माते किछ सूझे नहीं, बिख्या पा माया माते मैंने मस्त। ये तो माया च मस्त ने, इन्होंने रब बारे तो कोई सोचता ही नहीं है। ये तो माया च मस्त ने, इन्हें रब बारे कोई सोच ही नहीं है। फिर जूनी आ बने, इसलिए वारी वारी जूनियाँ चाहते रहते हैं। कदे किसे जूनी, कदे किसे जूनी, कदे किसे जूनी। हों वारी जियो वारी, हों मैं मार मिला बनिया। गुर सेवा ते हर मन वसिया, हर रस सहज पी आवनिया। हों वारी जियो वारी, मैं अपनी जिंद वारदा हाँ। किन्ना तो हौमे मार मिला बने, ਜਿਹੜੇ ਆਪਣੇ ਅੰਦਰ ਹਉਮੈ ਮਾਰ ਕੇ परमात्मा ਨੂੰ ਮਿਲ ਪੈਂਦੇ ਨੇ। ਕਹਿੰਦੇ ਮੈਂ ਉਹਨਾਂ ਤੋਂ ਬਿਲਹਾਰ ਜਾਂਦਾ, ਉਹਨਾਂ ਤੋਂ ਕੁਰਬਾਨ ਜਾਂਦਾ, ਉਹਨਾਂ ਤੋਂ ਵਾਰੀ ਜਾਂਦਾ, ਉਹਨਾਂ ਤੋਂ ਸਦਕੇ ਜਾਂਦਾ। ਕਿਉਂਕਿ ਜਿਨ੍ਹਾਂ ਦੇ ਅੰਦਰ ਹਉਮੈ ਨਹੀਂ ਮਰਦੀ ਉਹਨਾਂ ਦੇ परमात्मा नहीं मिलता। ਹਉਮੈ ਨਾਮੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕਠਾਈ। ਹਉਮੈ ਤੇ ਨਾਮ ਦਾ ਆਪਸੀ ਵਿਰੋਧ ਹੈ।
दोनों एक थां ते नहीं बस सकते। जहाँ हਉਮੈ होएगी फिर नाम नहीं है, जे नाम है तो हਉਮੈ नहीं होएगी। इसलिए हਉ वारी जियो वारी हਉਮੈ मार मिला बनिया, गुर सेवा ते हर मन वसिया। गुरु की सेवा करके परमात्मा का नाम मन च वस जाता है। फिर कहते हर रस सहज पिया बने, फिर इस नाम रस आता है। वो फिर नाम रस नूं सहजे ही पींदा है, क्योंकि जदों परमात्मा का नाम मन च वस जाता है, ये नाम दे विचों रस आता है। जिस काम च आपां नूं रस आवे ना, आपां वो काम वारी वारी करदे। आ बच्चों नूं खेडण च रस आ रहा हुंदा, सिखर दुपहरे भी खेड रहे हुंदे ने, इन्हां उस वेले गर्मी नहीं लगती, क्योंकि इन्हां नूं खेड च रस आ रहा हुंदा। इसलिए जदों सानूं नाम च रस आवेगा, फिर जिहड़ा है असीं लगे ही रहांगे। रहो वेद पढ़े हर रस नहीं आया। वेद तो पढ़ते ने, पर वेद पढ़ के स्वाद नहीं कोई आया। क्यों नहीं आया? वाद विखाणे मोहे माया। ये मनुख माया का मोया होया है, तो वेद पढ़ के फिर दूजे नाल बहस करता है, मैनू बड़ा ज्ञान है दूजे नाल। पुराने जमाने चर्चा करया करते थे। दो विद्वान जिन्होंने अपना बड़ा मानसी ज्ञान हुंदा सी, वो आमणो सामने बह जाते सन, लोग भी सुनते सन। एक विद्वान दूजे ने प्रश्न करता सी, ਉਹਦਾ उत्तर दिंदा सी। फिर वो प्रश्न करता सी, फिर पहला उत्तर दिंदा सी, फिर पहला प्रश्न करता सी, फिर दूजा बंदा उत्तर दिंदा सी। ਜਿਹੜਾ जवाब नहीं सी दे सकता प्रश्न का, कहते ये हार गया है, दूजा जित गया है। जितन कारण ਉਹਦੇ अंदर होर हਉਮੈ पैदा ਹੁੰਦੀ ਸੀ भी मैं बड़ा ज्ञानवान हाँ, मैं ज्ञान चर्चा ਦੇ ਵਿੱਚ ਨੂੰ ਹਰਾਇਆ। इसलिए कहते क्योंकि बहस करना माया मिलती है, ये माया दे मोहे होए वाद विवाद कर दे, बहस कर दे। अज्ञान मति सदा अंधियारा, गुरमुख बूझ हरगा बने। जिन्हां च अज्ञानियां वाली मत है, जो अज्ञानी हैं, जिन्हें रब बारे कोई ज्ञान नहीं है, सदा अंधेरा, उन्होंने तो सदा हनेरा। अज्ञानता नूं हनेरा किया गया है, ज्ञान नूं चानण किया गया है, उन्होंने सदा हनेरा। गुरमुख बूझ हरगा बने, पर जो किते गुरमुख बन जान, फिर उन्हें बूझ दिंदे सोझी, उन्हें फिर आ जाती सोझी। गुरु राही जिन्होंने सोझी आ जाती ना, हर गावने, वो हरि दे गुण गाउंदे ने, क्योंकि उन्हें सोझी आ गई भी वो मनुखा जीवन तो परमात्मा के गुण गाउण लई मिलिया होया है, तो मैं माया की खातिर ही सारे काम कर रहा हूँ। अकथो कथिए शब्द सुहावै, गुरमति मन सच्चो भावै। सच्चो सच रवें दिन राती, ये मन सच रंगा बनिया। अकथो परमात्मा नूं कहंदे, जिहदा कथन ही नहीं किया जा सकता, परमात्मा बारे वर्णन ही नहीं किया जा सकता। जिहड़ा परमात्मा शब्द दे राही जिहड़ा कथन करदा, उहदी वडियाई करदा है, जिहड़ा परमात्मा दे उहदे नाम राही उहदी वडियाई करदा ना, सुहावै, वो सोहना लगदा है, उहदा जीवन सुहावना हुंदा है। वडियाई कर करके हमेशा ही बंदा सुखी हुंदा है, निंदिया कर करके असल अंदर दुखी हुंदा है। ईरखावादी लोग निंदिया करते रहते हैं, वो उंज ते योग नहीं हुंदे, आप योग नहीं हुंदे, ते ओहदी योगता वेख के ईरखा करते हैं। आप वडियाई दे योग नहीं, पर दूजे की वडियाई हुंदियां वेख के दुखी हुंदे ने।
ਇਹੋ ਜਿਹੇ ਲੋਕ ਜਿਹੜੇ ਨੇ ਇਹ ਨਿੰਦਕ ਹੁੰਦੇ ਨੇ ਫਿਰ, ਕਿਉਂਕਿ ਇਹਨਾਂ ਦੇ ਅੰਦਰ ਈਰਖਾ ਹੁੰਦੀ। ਇਹ ਸਾਧਨ ਵਿੱਚ ਚੋਰ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਇਸ ਲਈ ਕਹਿੰਦੇ ਗੁਰੂ ਦੇ ਨਾਮ ਦਿੱਤੇ ਨਾਮ ਰਾਹੀਂ ਜਦੋਂ ਮਨੁੱਖ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਸੁਹਾਵਾ, ਇਹਦਾ ਜੀਵਨ ਸੁਹਾਵਣਾ ਹੋ ਜਾਂਦਾ ਹੈ। ਗੁਰਮਤਿ ਮਨ ਸੱਚੋ ਭਾਵੈ, ਜਦੋਂ ਮਨੁੱਖ ਗੁਰੂ ਦੀ ਮੱਤ 'ਤੇ ਚੱਲਦਾ ਨਾ, ਮਨ ਵਿੱਚ ਪਰਮਾਤਮਾ ਨੂੰ ਚੰਗਾ ਲੱਗਦਾ। ਮਨ ਸੱਚੋ ਭਾਵੈ, ਨੰਨਣ ਸਿਆਰੇ ਮਨ ਵਿੱਚ ਸੱਚੋ ਭਾ ਪਰਮਾਤਮਾ ਭਾਵੈ ਹੁੰਦਾ ਚੰਗਾ ਲੱਗਣਾ। ਗੁਰੂ ਦੀ ਮੱਤ 'ਤੇ ਚੱਲ ਕੇ ਮਨ ਵਿੱਚ ਪਰਮਾਤਮਾ ਚੰਗਾ ਲੱਗਦਾ ਹੈ। ਫਿਰ ਕੀ ਕਰਦੇ ਨੇ? ਸੱਚੋ ਸੱਚ ਰਵੇਂ ਦਿਨ ਰਾਤੀ, ਸੱਚੋ ਸੱਚ ਪਾ ਸਿਰ 'ਤੇ ਸਿਰ ਪਰਮਾਤਮਾ। ਉਹ ਸਿਰਫ ਤੇ ਸਿਰਫ ਪਰਮਾਤਮਾ ਦਿਨ ਰਾਤ ਸਿਫਤ ਸਲਾਹ ਕਰਦੇ ਰਹਿੰਦੇ, ਉਹਦਾ ਸਿਮਰਨ ਕਰਦੇ ਰਹਿੰਦੇ ਰਵੇਂ। ਇਹ ਮਨ ਸੱਚ ਰੰਗਾਵਣੇ ਆ ਅਤੇ ਆਪਣੇ ਮਨ ਨੂੰ ਪਰਮਾਤਮਾ ਦੇ ਨਾਮ ਨਾਲ ਰੰਗ ਲੈਂਦੇ ਨੇ। ਕਿਉਂਕਿ ਮਨ ਜਿਹਦੀ ਸੰਗਤ ਕਰਦਾ ਜਾਂ ਜਿਸ ਨੂੰ ਯਾਦ ਕਰਦਾ ਰਹਿੰਦਾ ਹੈ, ਉਹਦਾ ਰੰਗ ਇਸ 'ਤੇ ਚੜ੍ਹਦਾ ਹੈ। ਇਸ ਲਈ ਫਿਰ ਉਹ ਪਰਮਾਤਮਾ ਸਿਫਤ ਸਲਾਹ ਕਰਦੇ ਰਹਿੰਦੇ ਨੇ। ਇਸ ਲਈ ਪਰਮਾਤਮਾ ਨਾਮ ਦੀ ਉਹਨਾਂ ਦਾ ਰੰਗ ਚੜ੍ਹਦਾ ਹੁੰਦਾ। ਜੋ ਸੱਚ ਰਤੇ ਤਿਨ ਸੱਚੋ ਭਾਵੈ, ਆਪੇ ਦੇ ਨ ਪਛੋਤਾਵੈ। ਗੁਰ ਕੈ ਸ਼ਬਦ ਸਦਾ ਸੱਚ ਜਤ, ਮਿਲ ਸੱਚੇ ਸੁਖ ਪਾਵਣੇ। ਜੋ ਸੱਚ ਰਤੇ, ਜਿਹੜੇ ਪਰਮਾਤਮਾ ਦੇ ਨਾਲ ਰੰਗੇ ਗਏ, ਜਿਹੜੇ ਪਰਮਾਤਮਾ ਦੇ ਨਾਮ ਨਾਲ ਰੰਗੇ ਗਏ ਨਾ, ਤਿਨ ਸੱਚੇ ਪਾਵੇ, ਉਹਨਾਂ ਨੂੰ ਪਰਮਾਤਮਾ ਹੀ ਚੰਗਾ ਲੱਗਦਾ। ਉਹਨਾਂ ਨੂੰ ਪਰਮਾਤਮਾ ਚੰਗਾ ਲੱਗਦਾ। ਆਪੇ ਦੇ ਨਾ ਪਛੋਤਾਵੇ, ਪਰਮਾਤਮਾ ਆਪ ਹੀ ਜੀਵ ਨੂੰ ਨਾਮ ਦੀ ਦਾਤ ਦਿੰਦਾ ਹੈ, ਅਤੇ ਜਿਹਨੂੰ ਨਾਮ ਦੀ ਦਾਤ ਦਿੰਦਾ ਫਿਰ ਉਹਨੂੰ ਦਾਤ ਦੇ ਕੇ ਪਛਤਾਉਂਦਾ ਨਹੀਂ ਹੈ ਵੀ ਮੈਨੂੰ ਕਿਉਂ ਦਾਤ ਦਿੱਤੀ ਹੈ। ਆਪਾਂ ਤਾਂ ਕਈਆਂ ਦੀ ਮਦਦ ਕਰਦੇ ਮਗਰ ਉਹ ਪਛਤਾਉਂਦੇ ਹਾਂ, ਕਿਉਂ? ਉਹਨੇ ਲੋੜ ਵੇਲੇ ਸਾਡੀ ਕੀਤੀ ਨਹੀਂ। ਉਹਨੂੰ ਪੈਸਿਆਂ ਦੀ ਬੜੀ ਲੋੜ ਸੀ, ਅਸੀਂ ਫੜ ਫੁੜ ਕੇ ਦਿੱਤੇ ਉਸ ਨੂੰ, ਉਹਨੇ ਸਾਡੇ ਮੋੜੇ ਹੀ ਨਹੀਂ ਹੈਗੇ। ਅਤੇ ਜਿਨ੍ਹਾਂ ਤੋਂ ਆਪਾਂ ਫੜੇ ਉਹ ਸਾਡੇ ਤੋਂ ਮੰਗਦੇ ਨੇ ਵੀ ਸਾਡੇ ਪੈਸੇ ਮੋੜੋ ਜੀ। ਫਿਰ ਉਹਦਾ ਅਫਸੋਸ ਹੁੰਦਾ ਵੀ। ਪਰ ਪਰਮਾਤਮਾ ਜਿਹਨੂੰ ਨਾਮ ਦੀ ਦਾਤ ਨੇ ਫਿਰ ਪਛਤਾਉਂਦਾ ਨਹੀਂ ਹੈਗਾ। ਗੁਰ ਕੈ ਸ਼ਬਦ ਸਦਾ ਸੱਚ ਜਤ, ਫਿਰ ਗੁਰੂ ਦੇ ਸ਼ਬਦ ਚੱਲ ਕੇ ਭਾਵ ਨਾਮ ਜਪ ਜਪ ਕੇ ਸੱਚ ਜਤ, ਹੁਣ ਪਰਮਾਤਮਾ ਨੂੰ ਜਾਣ ਲੈਂਦੇ ਨੇ। ਜਿਹੜੇ ਗੁਰੂ ਦੇ ਸ਼ਬਦ ਰਾਹੀਂ ਪਰਮਾਤਮਾ ਨਾਮ ਜਪਦੇ ਨੇ, ਪਰਮਾਤਮਾ ਨੂੰ ਜਾਣ ਲੈਂਦੇ ਹਨ। ਮਿਲ ਸੱਚੇ ਸੁਖ ਪਾਵਨ, ਅਤੇ ਪਰਮਾਤਮਾ ਨੂੰ ਮਿਲ ਕੇ ਉਹਨਾਂ ਨੂੰ ਸਦੀਵੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਅੱਗੇ ਕਹਿੰਦੇ ਕੂੜ ਕੁਸੱਤ, ਇਹਨੂੰ ਕੁਸਤ ਨਹੀਂ ਪੜ੍ਹਨਾ, ਇਹ ਸੱਤ ਦਾ ਵਿਰੋਧੀ ਸ਼ਬਦ ਹੈ ਕੁਸੱਤ। ਸੱਤ 'ਤੇ ਹੋ ਗਿਆ ਸੱਚ, ਅਤੇ ਕੁਸੱਤ ਹੋ ਗਿਆ ਝੂਠ, ਅਤੇ ਕੂੜ ਬਣੇ ਵੀ ਝੂਠ। ਕੂੜ ਕੁਸੱਤ ਤਿੰਨਾਂ ਮੈਲ ਨਾ ਲਾਗੈ, ਗੁਰ ਪ੍ਰਸਾਦੀ ਅਣ ਦਿਨ ਜਾਗੈ। ਨਿਰਮਲ ਨਾਮ ਵਸੈ ਕਟ ਭੀਤਰ, ਜੋਤੀ ਜੋਤ ਮਿਲਾ ਬਣਿਆ। ਕੂੜ ਕੁਸੱਤ ਤਿੰਨਾਂ ਮੈਲ ਨਾ ਲਾਗੇ, ਉਹ ਝੂਠ ਬੋਲਦੇ ਹੀ ਨਹੀਂ, ਉਹ ਨਾਸ਼ਵਾਨ ਚੀਜ਼ਾਂ ਦੇ ਨਾਲ ਜੁੜਦੇ ਹੀ ਨਹੀਂ, ਇਸ ਲਈ ਉਹਨਾਂ ਨੂੰ ਮੈਲ ਨਹੀਂ ਲੱਗਦੀ, ਉਹਨਾਂ ਦਾ ਮਨ ਸਾਫ਼ ਰਹਿੰਦਾ ਹੈ। ਗੁਰ ਪ੍ਰਸਾਦੀ ਅਣ ਦਿਨ ਜਾਗੇ, ਫਿਰ ਜਿਨ੍ਹਾਂ ਦੇ ਮਨ ਸਾਫ਼ ਹੁੰਦੇ ਨੇ, ਜਿਹੜੇ ਕੂੜ ਕੁਸੱਤ ਤੋਂ ਬਚੇ ਰਹਿੰਦੇ ਨੇ, ਫਿਰ ਗੁਰੂ ਦੀ ਕਿਰਪਾ ਨਾਲ ਦਿਨ ਰਾਤ ਜਾਗਦੇ ਹਨ। ਇੱਥੇ ਜਾਗਣ ਤੋਂ ਮਤਲਬ ਇਹ ਨਹੀਂ ਕਿ ਰਾਤ ਨੂੰ ਸੌਂਦਾ ਹੀ ਨਹੀਂ। ਇੱਥੇ ਜਾਗਣ ਤੋਂ ਮਤਲਬ ਹਮੇਸ਼ਾ ਸੁਚੇਤ ਰਹਿਣਾ ਕਿ ਮੈਂ ਪਰਮਾਤਮਾ ਦਾ ਨਾਮ ਜਪਣ ਆਇਆ, ਇਸ ਲਈ ਦਿਨ ਰਾਤ ਨਾਮ ਜਪਦੇ ਰਹਿੰਦੇ ਨੇ। ਇਹਨੂੰ ਕਹਿੰਦੇ ਜਾਗਣਾ। ਨਿਰਮਲ ਨਾਮ ਵਸੈ ਕਟ ਭੀਤਰ, ਫਿਰ ਪਰਮਾਤਮਾ ਜਿਹੜਾ ਨਾਮ ਹੈ ਨਾ ਨਿਰਮਲ ਹੈ, ਮੈਲ ਤੋਂ ਰਹਿਤ ਹੈ। ਪਰਮਾਤਮਾ ਦਾ ਨਾਮ ਵਸੈ ਘਟ ਭੀਤਰ, ਉਹਨਾਂ ਦੇ ਸਰੀਰ ਦੇ ਵਿੱਚ ਵਸ ਜਾਂਦਾ। ਘਟ ਸਰੀਰ
ਪਰਮਾਤਮਾ ਦਾ ਨਾਮ ਉਹਨਾਂ ਦੇ ਸਰੀਰ 'ਚ ਵਸ ਜਾਂਦਾ ਹੈ, ਭਾਵ ਉਹਨਾਂ ਦੇ ਹਿਰਦੇ 'ਚ ਵਸ ਜਾਂਦਾ ਹੈ। ਜਿਹਦਾ ਨਾਮ ਹਿਰਦੇ 'ਚ ਵਸਦਾ ਹੈ, ਜੋਤੀ ਜੋਤ ਮਿਲਾ ਬਣੇ। ਇਸ ਮਨੁੱਖ ਦੀ ਜੋਤ ਪਰਮਾਤਮਾ ਦੀ ਜੋਤ ਨਾਲ ਮਿਲ ਜਾਂਦੀ ਹੈ, ਅਤੇ ਪਰਮਾਤਮਾ ਨਾਲ ਮਿਲਣਾ ਹੀ ਜੀਵਨ ਦਾ ਉਦੇਸ਼ ਹੈ, ਭਾਵੇਂ ਕਿੰਨੇ ਹੀ ਜਨਮ ਲੱਗ ਜਾਣ। ਅਗਰ ਅਸੀਂ ਇਸ ਤਰ੍ਹਾਂ ਕੋਸ਼ਿਸ਼ ਕਰਦੇ ਪਰਮਾਤਮਾ ਨੂੰ ਮਿਲਣ ਦੀ, ਸੋ ਜਿੰਨੇ ਜਨਮ ਕੋਸ਼ਿਸ਼ ਕਰਦੇ ਉਨੇ ਜਨਮ ਸਾਨੂੰ ਮਨੁੱਖਾ ਜੀਵਨ ਮਿਲ ਹੀ ਜਾਏਗਾ, ਤਾਂ ਜੋ ਇੱਕ ਦਿਨ ਅਸੀਂ ਪਰਮਾਤਮਾ ਨੂੰ ਮਿਲ ਲਈਏ। ਪਰਮਾਤਮਾ ਫਿਰ ਉਹਨਾਂ ਨੂੰ ਵਾਰੀ ਵਾਰੀ ਮਨੁੱਖਾ ਜੀਵਨ ਦਿੰਦਾ ਕਿ ਲਓ ਪਏ ਐਤਕੀ ਫਿਰ ਭਜਨ ਬੰਦਗੀ ਕਰੋ। ਫਿਰ ਕਸਰ ਜੇ ਰਹਿ ਜਾਂਦੀ ਹੈ, ਨਹੀਂ ਪਰਮਾਤਮਾ ਮਿਲਾਪ ਹੋਇਆ, ਉਹਨੂੰ ਫਿਰ ਇੱਕ ਵਾਰ ਫਿਰ ਮਨੁੱਖਾ ਜੀਵਨ ਮਿਲਦਾ। ਕਈ ਵਾਰ ਮਨੁੱਖਾ ਜੀਵਨ ਮਿਲਦਾ ਰਹਿੰਦਾ ਹੈ ਜਿਹੜੇ ਭਜਨ ਬੰਦਗੀ ਕਰਦੇ ਨੇ ਲੋਕ, ਨਹੀਂ ਤਾਂ ਦੂਜਿਆਂ ਨੂੰ ਫਿਰ ਪਰਮਾਤਮਾ ਨਿਖਿੱਧ ਜੂਨੀ 'ਚ ਪੈ ਜਾਂਦਾ। ਇਸ ਲਈ ਗੁਰੂ ਮਹਾਰਾਜ ਕਹਿੰਦੇ ਵੀ ਜਦੋਂ ਨਾਮ ਹਿਰਦੇ 'ਚ ਵਸ ਜਾਂਦਾ ਹੈ, ਮਨੁੱਖ ਦੀ ਜੋਤ ਪਰਮਾਤਮਾ ਦੀ ਜੋਤ ਨਾਲ ਮਿਲ ਜਾਂਦੀ ਹੈ। ਤ੍ਰੈ ਗੁਣ ਪੜ੍ਹੇ ਹਰ ਤਤ ਨਾ ਜਾਣੇ, ਮੂਲੋਂ ਭੁੱਲੇ ਮੂਲੋਂ ਹਾਹੇ ਤੇ ਟਿੱਪੀ। ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੇ, ਮੋਹ ਵਿਆਪੇ ਕਿਛ ਸੂਝੈ ਨਾਹੀਂ, ਗੁਰ ਸ਼ਬਦੀ ਹਰ ਪਾਵਣਿਆ। ਤ੍ਰੈ ਗੁਣ, ਮਾਇਆ ਦੇ 3 ਗੁਣ ਹੁੰਦੇ ਨੇ, ਰਜੋ ਸਤੋ ਤਮੋ। ਜਿਹੜਾ ਇਸ ਮਾਇਆ ਦੇ 3 ਗੁਣਾਂ ਤੋਂ ਟੱਪ ਜਾਂਦੇ ਨੇ, ਉਹਨੂੰ ਕਹਿੰਦੇ ਇਹ ਸਹਿਜ ਅਵਸਥਾ 'ਤੇ ਆ ਗਿਆ ਹੈ, ਇਹ ਪਰਮ ਪਦ 'ਤੇ ਆ ਗਿਆ ਹੈ, ਇਹ ਉਨਮਨੀ ਅਵਸਥਾ 'ਤੇ ਆ ਗਿਆ ਹੈ, ਇਹ ਚੌਥੇ ਪਦ 'ਤੇ ਆ ਗਿਆ ਹੈ। ਇਸ ਲਈ ਜਿਹੜੇ ਮਾਇਆ ਦੇ 3 ਗੁਣਾਂ 'ਚ ਰਹਿ ਕੇ ਪੜ੍ਹਾਈ ਕਰਦੇ ਨੇ, ਧਾਰਮਿਕ ਗ੍ਰੰਥ ਪੜ੍ਹਦੇ ਨੇ, ਉਦੇਸ਼ ਕੀ ਹੈ? ਮਾਇਆ ਕਮਾਉਣਾ। ਕਈ ਵਾਰੀ ਆਪਾਂ ਗੁਰੂ ਗ੍ਰੰਥ ਦੇ ਅਰਥ ਸਿੱਖੇ, ਉਦੇਸ਼ ਹੈ ਵੀ ਮੈਂ ਅਰਥ ਸਿੱਖ ਕੇ ਕਥਾ ਕਰਾਂਗਾ, ਫਿਰ ਮੈਨੂੰ ਮਾਇਆ ਮਿਲੇਗੀ। ਉਹਦੇ ਧਾਰਮਿਕ ਗ੍ਰੰਥਾਂ ਦੀ ਸਟੱਡੀ ਕੀਤੀ ਕਾਹਦੇ ਲਈ? ਮਾਇਆ ਕਮਾਉਣ ਲਈ। ਇਸ ਲਈ ਤ੍ਰੈ ਗੁਣ ਪੜ੍ਹੇ। ਉਹ ਮਾਇਆ ਦੇ 3 ਗੁਣਾਂ 'ਚ ਰਹਿ ਕੇ ਧਾਰਮਿਕ ਪੁਸਤਕਾਂ 'ਤੇ ਪੜ੍ਹਦੇ ਨੇ, ਹਰ ਤੱਤ ਨਾ ਜਾਣੇ, ਪਰ ਪਰਮਾਤਮਾ ਦੀ ਅਸਲੀਅਤ ਨੂੰ ਨਹੀਂ ਜਾਣਦੇ, ਕਿਉਂਕਿ ਉਹਨਾਂ ਦਾ ਗ੍ਰੰਥ ਪਰਮਾਤਮਾ ਨੂੰ ਜਾਣਨ ਲਈ ਤਾਂ ਪੜ੍ਹੇ ਹੀ ਨਹੀਂ, ਉਹਨਾਂ ਦਾ ਕਥਾ ਕਰਨ ਲਈ ਪੜ੍ਹੇ, ਬਾਣੀ ਰੱਟ ਲਈ, ਅਰਥ ਆਉਂਦੇ ਨੇ, ਮੇਰੇ ਕੋਲ ਕਥਾ ਕਰੀਏ। ਚਲੋ ਮੇਰਾ ਤਾਂ ਇਹ ਹੈ ਨਾ ਵੀ ਮੈਨੂੰ ਤਾਂ ਮੈਂ ਤਾਂ ਸਰਵਿਸ ਕਰਦਾ ਰਿਹਾ, ਸਰਵਿਸ ਕਰਨ ਕਰਕੇ ਮੇਰਾ ਜਿਹੜਾ ਕਿੱਤਾ ਹੈ ਉਹ ਬਾਣੀ ਪੜ੍ਹ ਕੇ ਪਾਠ ਕਰਕੇ ਪੈਸਾ ਕਮਾਉਣਾ ਨਹੀਂ ਹੈ, ਕਥਾ ਕਰਕੇ ਪੈਸਾ ਕਮਾਉਣਾ ਨਹੀਂ ਹੈ। ਇਹ ਜਿਹੜਾ ਪਾਠ ਜਿਹੜਾ ਗੁਰੂ ਮੇਰੇ ਲਈ ਧੰਦਾ ਨਹੀਂ ਹੈ। ਪਰ ਕਈ ਵਿਚਾਰਨ ਦਾ ਇਹ ਕਿੱਤਾ, ਇਹਦਾ ਕਿੱਤਾ। ਪਾਠ ਪੜ੍ਹ ਕੇ ਪੈਸੇ ਲੈਣਾ ਕੋਈ ਮਾੜੀ ਗੱਲ ਨਹੀਂ, ਕਿਰਤ ਇਹ। ਪਰ ਪਾਠ ਨਾ ਕਰਨਾ, ਵਿੱਚੋਂ ਵਿੱਚ ਛੱਡ ਦੇਣਾ, ਸਫੇ ਉਲਟਾ ਦੇਣਾ, ਇਹ ਫਿਰ ਪਾਪ ਬਣਦਾ ਹੈ। ਇੱਕ ਪਾਠ ਕਰਕੇ ਪੈਸੇ ਲੈ ਰਿਹਾ, ਇਹ ਇੱਕ ਕਿੱਤਾ ਹੈ, ਇਹ ਤਾਂ 10 ਦੀ ਕਿਰਤ ਹੈ, ਇਹ ਮਾੜਾ ਨਹੀਂ ਹੈ ਵੀ ਇਹ ਜੇ ਪਾਠ ਕਰਕੇ ਪੈਸੇ ਲੈਂਦੇ ਰਹੇ ਜੀ। ਉਹਨਾਂ ਪਾਠ ਕੀਤਾ, ਕੁਛ ਕੀਤਾ ਤਾਂ ਹੀ ਪੈਸੇ ਲੈਣੇ। ਇੱਕ ਮਜ਼ਦੂਰ ਹੈ, ਉਹ ਕੰਮ ਕਰਦਾ ਹੈ ਅਤੇ ਫਿਰ ਪੈਸੇ ਲੈਂਦਾ ਹੈ, ਆਪਾਂ ਨੂੰ ਮਾੜਾ ਨਹੀਂ ਕਹਿੰਦੇ। ਇੱਕ ਪਾਠੀ ਪਾਠ ਕਰਦਾ ਹੈ, ਪੈਸੇ ਲੈਂਦਾ, ਠੀਕ ਹੈ ਭਾਈ, ਉਹਨੇ ਕਿਰਤ ਕੀਤੀ ਹੈ, ਪੈਸੇ ਲੈ। ਇੱਕ ਕੀਰਤਨੀ ਹੈ, ਕੀਰਤਨ ਕਰਦਾ ਹੈ, ਪੈਸੇ ਲੈਂਦਾ, ਠੀਕ ਹੈ ਭਾਈ, ਕਿੱਤਾ ਉਹਦਾ ਹੈ। ਕਥਾ ਕਰਦਾ ਹੈ, ਪੈਸੇ ਲੈਂਦਾ, ਉਹਦਾ ਇੱਕ ਕਿੱਤਾ ਹੈ। ਦੀਵਾਨ ਲਾਉਂਦਾ ਹੈ, ਪੈਸੇ ਲੈਂਦਾ, ਕਿੱਤਾ ਇਹ। ਪਰ ਜੇ ਉਹਦਾ ਆਮਦਨ ਦਾ ਹੋਰ ਸਾਧਨ ਹੋਵੇ ਤਾਂ ਸ਼ਾਇਦ ਫਿਰ ਉਹ ਪਾਠ ਦੇ ਜਾਂ ਕੀਰਤਨ ਦੇ ਜਾਂ ਕਥਾ ਦੇ ਜਾਂ ਦੀਵਾਨ ਲਾਉਣ ਦੇ ਪੈਸੇ ਨਾ ਲਵੇ, ਕਿਉਂਕਿ ਉਹਦਾ ਰੁਜ਼ਗਾਰ ਆਪਣਾ ਅੱਡ ਹੈ, ਉਹ ਚੱਲ ਰਿਹਾ ਹੁੰਦਾ ਹੈ। ਅਤੇ ਜਦੋਂ ਇਹ ਰੁਜ਼ਗਾਰ ਦਾ ਸਾਧਨ ਹੋ ਜਾਂਦਾ ਹੈ, ਜਦੋਂ ਧਰਮ ਧੰਦਾ ਹੋ ਜਾਂਦਾ ਹੈ, ਜਦੋਂ ਧਰਮ ਕਿੱਤਾ ਹੋ ਜਾਂਦਾ ਹੈ, ਫਿਰ ਕਈ ਵਾਰੀ ਮਨੁੱਖ ਦੇ ਵਿੱਚ ਗਿਰਾਵਟ ਆਉਂਦੀ ਹੈ। ਇਸ ਲਈ
त्रै गुण पढ़े हर तत्त न जाने। माया के तिन्ना गुणों दे विच रह के वो धार्मिक ग्रंथ पढ़ते हैं, इसलिए परमात्मा नूं नहीं जानते हो। मूलों भुले ਉਹਦੇ ਮੁੱਢ ਦੇ ਭੁੱਲੇ ਹੋਏ ਨੇ। ਧਾਰਮਿਕ ਗ੍ਰੰਥ ਪੜ੍ਹਨੇ ਸਨ ਕਿ ਅਸੀਂ ਇਸ ਤਰ੍ਹਾਂ ਦਾ ਗਿਆਨ ਸਾਨੂੰ ਹੋਵੇ, ਅਸੀਂ ਉਸ ਤਰ੍ਹਾਂ ਦਾ ਜੀਵਨ ਜੀਵੀਏ। ਮੰਨ ਲਓ ਮੈਂ ਬਾਣੀ ਇਸ ਲਈ ਪੜ੍ਹ ਰਿਹਾ ਕਿ ਮੈਨੂੰ ਬਾਣੀ ਸਮਝ ਆਵੇ, ਗਿਆਨ ਹੋਵੇ ਕਿ ਗੁਰੂ ਮਹਾਰਾਜ ਕੀ ਕਹਿੰਦੇ ਨੇ ਅਤੇ ਮੈਂ ਉਸ ਤਰ੍ਹਾਂ ਜੀਵਨ ਜੀਵਾਂ, ਫਿਰ ਤਾਂ ਗੱਲ ਹੈ ਕੋਈ। ਅਤੇ ਜੇ ਮੈਂ ਇਸ ਲਈ ਬਾਣੀ ਸਿੱਖ ਰਿਹਾ ਹਾਂ ਕਿ ਮੈਂ ਪਾਠੀ ਬਣ ਕੇ ਫਿਰ ਆਪਾਂ ਕਿੱਤਾ ਕਰਾਂਗੇ, ਫਿਰ ਹੋਰ ਗੱਲ ਹੈ। ਫਿਰ ਉਹ ਕਿੱਤਾ ਹੈ, ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਇਆ ਕਰਦੀ। ਕਹਿੰਦੇ ਇਹ ਜਿਹੜੇ ਮਾਇਆ ਦੇ ਵਿੱਚ ਰਹਿਣ ਵਾਲੇ ਲੋਕ ਨੇ ਮੂਲੋਂ ਭੁੱਲੇ, ਇਹ ਤਾਂ ਮੁੱਢ ਤੋਂ ਭੁੱਲੇ ਹੋਏ ਹਨ। ਗੁਰ ਸ਼ਬਦ ਨਾ ਪਛਾਣੇ, ਇਹਨਾਂ ਦੇ ਗੁਰੂ ਦੇ ਸ਼ਬਦ ਗੁਰਮੰਤਰ ਦੀ ਜਾਣਕਾਰੀ ਨਹੀਂ, ਉਹ ਕੀ ਹੁੰਦਾ, ਗੁਰੂ ਦੇ ਦਿੱਤਾ ਨਾਮ ਕੀ ਹੁੰਦਾ, ਕਦੇ ਇਹਨਾਂ ਦਾ ਪਤਾ ਹੀ ਨਹੀਂ ਹੈ। ਕਿਉਂ? ਮੋਹ ਵਿਆਪੇ, ਇਹ ਤਾਂ ਮੋਹ 'ਚ ਫਸੇ ਹੋਏ ਨੇ, ਕੁਛ ਸੂਝਿਆ ਨਹੀਂ ਇਹਨਾਂ ਨੂੰ, ਕੋਈ ਰੱਬ ਬਾਰੇ ਸੋਝੀ ਹੀ ਨਹੀਂ ਹੁੰਦੀ, ਮੋਹ 'ਚ ਫਸੇ ਹੋਏ ਨੇ। ਗੁਰ ਸ਼ਬਦੀ ਹਰ ਪਾਵਨ, ਪਰ ਗੁਰੂ ਦੇ ਸ਼ਬਦ 'ਤੇ ਹੁੰਦੇ ਚੱਲ ਕੇ ਹਰੀ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਦੇ ਉਪਦੇਸ਼ 'ਤੇ ਚੱਲ ਕੇ ਹਰੀ ਦੀ ਪ੍ਰਾਪਤੀ ਹੁੰਦੀ ਹੈ, ਪਰ ਇਹਨਾਂ ਨੇ ਪਤਾ ਨਹੀਂ ਹੈ। ਗੁਰ ਸ਼ਬਦ ਨੂੰ ਪੜ੍ਹਦੇ ਤਾਂ ਹਨ ਮਾਇਆ ਦੀ ਖਾਤਰ, ਗੁਰ ਸ਼ਬਦ ਨੂੰ ਗਾਉਂਦੇ ਨੇ ਮਾਇਆ ਦੀ ਖਾਤਰ, ਗੁਰ ਸ਼ਬਦ ਦੀ ਕਥਾ ਕਰਦੇ ਨੇ ਮਾਇਆ ਦੀ ਖਾਤਰ, ਪਰ ਜਿਹੜਾ ਗੁਰ ਸ਼ਬਦ ਨੂੰ ਜੀਵਨ ਜਾਚ ਬਣਾ ਲਏਗਾ ਉਹਨੂੰ ਕਦੇ ਪਰਮਾਤਮਾ ਪ੍ਰਾਪਤ ਹੋ ਸਕਦਾ ਹੈ। ਤ੍ਰੈ ਗੁਣ ਪੜ੍ਹੇ ਹਰੇਕ ਨ ਜਾਣੇ, ਉਹ ਮਾਇਆ ਦੇ ਤਿੰਨਾਂ ਗੁਣਾਂ 'ਚ ਰਹਿ ਕੇ ਧਾਰਮਿਕ ਗ੍ਰੰਥ ਪੜ੍ਹਦੇ ਨੇ, ਉਹ ਹਰੀ ਨੂੰ ਨਹੀਂ ਜਾਣਦੇ। ਬਿਨ ਬੂਝੇ ਦੁੱਖ ਪਾਵਨ, ਕਿਉਂਕਿ ਪਰਮਾਤਮਾ ਨੂੰ ਜਾਣਦੇ ਨਹੀਂ, ਇਸ ਲਈ ਦੁੱਖ ਪਾਉਂਦੇ ਹਨ। ਅੱਗੇ ਕਹਿੰਦੇ ਜਾਂ ਤਿਸ ਭਾਵੈ ਤਾਂ ਆਪ ਮਿਲਾਏ, ਗੁਰ ਸ਼ਬਦੀ ਸਹਿਸਾ ਦੁੱਖ ਚੁਕਾਏ। ਸਹਿਸਾ ਪੜ੍ਹਨੇ ਇਸ ਨੂੰ ਸੱਸੇ ਦੇ ਬਿੰਦੀ ਲਾ ਕੇ, ਇਹ ਹਿੰਦੀ ਦਾ ਸ਼ਬਦ ਹੈ। ਗੁਰ ਸ਼ਬਦੀ ਸਹਿਸਾ ਦੁੱਖ ਚੁਕਾਏ, ਨਾਨਕ ਨਾਵੇਂ ਕੀ ਸੱਚੀ ਵਡਿਆਈ, ਨਾਮੋ ਮਨ ਵਸਾਵਣ ਪਾਵਣੇ ਹਾਂ, ਨਾਮੋ ਮਨ ਸੁਖ ਪਾਵਣੇ ਹਾਂ। ਜਾਂ ਤਿਸ ਭਾਵੈ, ਜਦੋਂ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਤਾਂ ਆਪ ਮਿਲਾਏ। ਪਰਮਾਤਮਾ ਆਪ ਹੀ ਜੀਵ ਨੂੰ ਆਪਣੇ ਨਾਲ ਮਿਲਾ ਲੈਂਦਾ। ਸਾਡਾ ਕੰਮ ਹੈ ਉਹਦੀ ਭਜਨ ਬੰਦਗੀ ਕਰਦੇ ਰਹਿਣਾ। ਜਦੋਂ ਚਾਹੇਗਾ ਸਾਨੂੰ ਆਪਣੇ ਨਾਲ ਮਿਲਾ ਲਏਗਾ। ਇਸ ਜਨਮ 'ਚ ਨਹੀਂ ਮਿਲਾਉਂਦਾ ਕੋਈ ਗੱਲ ਨਹੀਂ, ਅਗਲੇ ਜਨਮ 'ਚ ਫਿਰ ਬੰਦਾ ਲੱਗਾ ਰਹਿੰਦਾ ਹੈ ਵੀ ਕਦੇ ਤਾਂ ਉਹਨੂੰ ਮੈਂ ਚੰਗਾ ਲੱਗਾਂਗਾ, ਜਦੋਂ ਚੰਗੇ ਲੱਗਾਂਗੇ ਉਹਦਾ ਆਪਣੇ ਨਾਲ ਮਿਲਾ ਲਏਗਾ। ਜਾਂ ਤਿਸ ਭਾਵੈ, ਜਦੋਂ ਉਹਨੂੰ ਚੰਗਾ ਲੱਗਦਾ ਹੈ ਤਾਂ ਆਪ ਮਿਲਾਏ, ਫਿਰ ਉਹ ਆਪ ਮਿਲਾ ਲੈਂਦਾ ਹੈ। ਗੁਰ ਸ਼ਬਦੀ ਸਹਿਸਾ ਦੁੱਖ ਚੁਕਾਏ, ਫਿਰ ਉਸ ਨੂੰ ਗੁਰੂ ਦਾ ਸ਼ਬਦ ਦਿੰਦਾ, ਗੁਰਮੰਤਰ ਦਿੰਦਾ ਹੈ, ਗੁਰੂ ਦਾ ਉਪਦੇਸ਼ ਦਿੰਦਾ ਹੈ। ਫਿਰ ਗੁਰੂ ਦੇ ਉਪਦੇਸ਼ ਰਾਹੀਂ ਅਤੇ ਗੁਰਮੰਤਰ ਰਾਹੀਂ ਉਹਦੇ ਅੰਦਰ ਜੋ ਸਹਿਸਾ ਹੈ, ਉਹਦੇ ਅੰਦਰ ਜੋ ਸ਼ੰਕਾ ਹੈ, ਜੋ ਅੰਦਰ ਦੁੱਖ ਹੈ, ਚੁਕਾਏ ਦੇ ਖਤਮ ਹੋ ਜਾਣ, ਉਹ ਖਤਮ ਹੋ ਜਾਂਦਾ। ਗੁਰੂ ਦੀ ਸ਼ਬਦ ਦੇ, ਗੁਰੂ ਦੇ ਸ਼ਬਦ ਰਾਹੀਂ ਉਹਦੇ ਅੰਦਰ ਉਹ ਡਰ ਅਤੇ ਦੁੱਖ ਖਤਮ ਹੋ ਜਾਂਦਾ ਹੈ। ਨਾਨਕ ਨਾਵੇਂ ਕੀ ਸੱਚੀ ਵਡਿਆਈ, ਜਿਹੜੀ ਸੰਸਾਰਕ ਵਡਿਆਈ ਹੈ ਨਾ, ਆਪਾਂ ਕੋਈ ਸੰਸਾਰਕ ਚੰਗਾ ਕੰਮ ਕਰਤਾ ਲੋਕਾਂ ਵਡਿਆਈ ਕਰਦੇ, ਉਹੀ ਲੋਕ ਫਿਰ ਕਦੇ ਸਾਡੀ ਨਿੰਦਿਆ ਕਰਨਗੇ। ਜਦੋਂ ਸਰਕਾਰਾਂ ਬਦਲਦੀਆਂ ਨੇ ਲੋਕ ਬੜੇ ਖੁਸ਼ ਹੁੰਦੇ ਨੇ ਵੀ ਅਸੀਂ ਜਿਹੜੇ ਪਹਿਲੀ ਬਦਲ ਦਿੱਤੀ ਹੈ ਜੀ, ਉਹ ਦੂਜੀ ਵੇਗੂ ਹੋਈ ਜੀ ਹੁੰਦੀ ਹੈ, ਉਹ ਛੇਤੀ ਖੁਸ਼ੀ ਖਤਮ ਹੋ ਜਾਂਦੀ ਹੈ। ਬੜੇ ਢੋਲ ਢਾਲ ਵਜਾਏ ਵੀ ਹੋ ਜੇ ਆਪਣੇ ਬੰਦੇ ਜਿੱਤ ਗਏ, ਉਹ ਵੀ ਕਰਪਟ ਹੀ ਹੁੰਦੇ ਨੇ। ਜਿਹੜੇ ਕਰਪਟ ਲੋਕ ਨੇ ਉਹਨਾਂ ਨੂੰ ਪਤਾ ਹੁੰਦਾ ਕੋਈ ਸਰਕਾਰ ਆਓ, ਉਹ ਪਹਿਲਿਆਂ ਨੂੰ ਦਿੰਦੇ ਰਹਿੰਦੇ ਨੇ।
ਜੇ ਨਵੇਂ ਹੁੰਦੇ ਨੇ ਫਿਰ ਜੋ ਪਹਿਲਿਆਂ ਨੂੰ ਮਾਇਆ ਦਿੰਦੇ ਸੀ ਉਹ ਨਵੇਂ ਨੂੰ ਦੇਣ ਲੱਗਦੇ ਨੇ, ਇਸ ਲਈ ਉੱਥੇ ਰਹਿੰਦੇ ਨੇ। ਉਹ ਹੁਣ ਤਾਂ ਕੋਈ ਨਹੀਂ ਵਿਗੜਦਾ, ਹੁਣ ਤਾਂ ਕੁਛ ਨਹੀਂ ਵਿਗੜਦਾ। ਆ ਰੇਤ ਵਿੱਚ ਕੋਈ ਅਕਾਲੀ ਸਨ, ਉਹਨਾਂ ਨੂੰ ਰੇਤੇ ਦੇ ਪੈਸੇ ਦੇ ਜਾਂਦੇ ਸੀ ਕਰੋੜਾਂ, ਹੁਣ ਇਹ ਆ ਗਏ ਨੇ ਇਹਨਾਂ ਨੂੰ ਦੇਈ ਜਾਂਦੇ ਨੇ। ਬੰਦੇ ਉਹੀ ਨੇ, ਬਦਲੇ ਬੰਦੇ ਨਹੀਂ ਬਦਲੇ। ਬੰਦੇ ਤਾਂ ਬਦਲਦੇ ਜੇ ਉਹ ਨਾ ਇਹਨਾਂ ਨੂੰ ਦਿੰਦੇ। ਉਹ ਕਹਿੰਦੇ ਤੁਸੀਂ ਲਈ ਚੱਲੋ ਜੀ, ਜੋ ਪਹਿਲਾਂ ਉਹ ਲੈਂਦੇ ਸਨ ਉਹਨੇ ਪੈਸੇ ਅਸੀਂ ਤੁਹਾਨੂੰ ਦੇ ਦਿੰਦੇ, ਇੰਨੇ ਫਿਰ ਉਹ ਕਿ ਚੰਗਾ ਦੇਈ ਚੱਲੋ, ਰਹੋ ਤੁਸੀਂ ਉੱਥੇ। ਆ ਜਿਹੜੇ ਅਫਸਰ ਨੇ ਇਹ ਵੀ ਇਸ ਸਰਕਾਰ, ਉਹ ਸਰਕਾਰ ਆ ਗਈ ਉਹਦੇ ਚਮਚੇ, ਦੂਜੀ ਆ ਗਈ ਦੂਜੀ ਦੇ ਚਮਚੇ। ਚਲੋ ਮੈਂ ਪੁਲਿਸ ਵਾਲਾ ਹੱਸਿਆ ਕਰਦਾ, ਮੈਂ ਤੁਹਾਡਾ ਕੰਮ ਵਧੀਆ। ਅਕਾਲੀ ਆ ਗਏ ਕਾਂਗਰਸੀ ਨੂੰ ਕੁੱਟੀ ਜਾਓ, ਕਾਂਗਰਸੀ ਅਕਾਲੀ ਨੂੰ ਕੁੱਟੀ ਜਾਓ, ਮੈਂ ਤੁਹਾਡਾ ਤਾਂ ਹੀ ਕੰਮ ਹੈ। ਮੇਰੇ ਵਿਦਿਆਰਥੀ ਸੈਂਕੜੇ ਪੁਲਿਸ ਵਾਲੇ ਨੇ ਹੱਸਦੇ ਨੇ, ਯਾਰ ਮੈਂ ਤੁਹਾਡਾ ਕੰਮ ਬੜਾ ਵਧੀਆ ਯਾਰ। ਉਹ ਤੁਹਾਨੂੰ ਮੈਂ ਕੁਛ ਨਹੀਂ ਕਹਿੰਦੇ, ਜੇ ਸਰਕਾਰ ਬਦਲ ਜਾਂਦੀ ਤੁਹਾਨੂੰ ਕੁਛ ਨਹੀਂ ਕਹਿੰਦੇ ਵੀ ਸਾਨੂੰ ਕੁੱਟਦੇ ਰਹੇ ਨੇ, ਕੁਛ ਨਹੀਂ ਕਹਿੰਦੇ। ਉਹਨੇ ਕਿਹਾ ਠੀਕ ਹੈ ਵੀ ਉਹਨਾਂ ਨੇ ਇਹਨਾਂ ਸਾਨੂੰ ਕੁਟਾਇਆ, ਅਸੀਂ ਹੁਣ ਇਹਨਾਂ ਤੋਂ ਉਹਨਾਂ ਨੂੰ ਕੁਟਾ ਦਾਂਗੇ। ਚੱਲੀ ਜਾਂਦਾ ਸਿਲਸਿਲਾ ਜਿਹਾ। ਸੋ ਗੁਰੂ ਮਹਾਰਾਜ ਕਹਿੰਦੇ ਨਾਨਕ ਨਾਮ ਹੈ ਕਿ ਸੱਚੀ ਵਡਿਆਈ। ਨਾਮ ਰਾਹੀਂ ਜਿਹੜੀ ਵਡਿਆਈ ਮਿਲਦੀ ਸਦਾ ਰਹਿਣ ਵਾਲੀ ਹੁੰਦੀ ਹੈ, ਉਹ ਸਦਾ ਰਹਿਣ ਵਾਲੀ ਹੁੰਦੀ ਹੈ। ਜਿਵੇਂ ਦਸਮ ਪਾਤਸ਼ਾਹ ਨੂੰ ਇੱਕ ਸਿੱਖ ਪੁੱਛਦਾ, ਸੰਗਤ ਬੈਠੇ ਵੀ ਜੀ ਅਸੀਂ ਚਾਹੁੰਦੇ ਹਾਂ ਵੀ ਸਾਡੇ ਮਰਨ ਤੋਂ ਬਾਅਦ ਲੋਕ ਸਾਨੂੰ ਯਾਦ ਕਰਨ, ਯਾਦ ਕਰ ਵੀ ਚੰਗਿਓਂ ਯਾਦ ਕਰਨ। ਐਂ ਤਾਂ ਲੋਕ ਡਾਕੂਆਂ ਨੂੰ ਵੀ ਯਾਦ ਕਰਦੇ, ਉਹਦੇ ਮਾੜੇ ਯਾਦ ਕਰਦੇ ਨੇ, ਉਹਦੇ ਭਾਵ ਸੇ ਚੰਗਿਓਂ ਯਾਦ ਕਰਨ। ਵੀ ਕੀ ਅਸੀਂ ਕੋਈ ਖੂਹ ਲਵਾਈਏ, ਕਿ ਅਸੀਂ ਕੋਈ ਸਰੋਵਰ ਬਣਾਈਏ, ਕਿ ਅਸੀਂ ਕੋਈ ਧਰਮਸ਼ਾਲਾ ਬਣਾਈਏ, ਕਿ ਅਸੀਂ ਕੋਈ ਪੁੰਨਦਾਨ ਕਰੀਏ। ਗੁਰੂ ਮਹਾਰਾਜ ਕਹਿੰਦੇ ਭਾਈ ਤੁਸੀਂ ਕਬੀਰ ਸਾਹਿਬ ਦਾ ਨਾਮ ਜਾਣਦੇ ਹੋ? ਸਾਰੇ ਕਹਿੰਦੇ ਹਾਂ ਜੀ, ਕਿਉਂਕਿ ਬਾਣੀ ਪੜ੍ਹੀ ਹੈ। ਕਹਿੰਦੇ ਦੱਸੋ ਵੀ ਕਬੀਰ ਸਾਹਿਬ ਦੇ ਵੇਲੇ ਦੇਸ਼ ਦਾ ਰਾਜਾ ਕਿਹੜਾ ਸੀ? ਫਿਰ ਸਾਰੇ ਚੁੱਪ, ਫਿਰ ਸਾਰੇ ਚੁੱਪ। ਗੁਰੂ ਮਹਾਰਾਜ ਕਹਿੰਦੇ ਦੇਖੋ ਐਡਾ ਵੱਡਾ ਦੇਸ਼, ਉਹ ਰਾਜੇ ਦਾ ਨਾਮ ਤੁਸੀਂ ਨਹੀਂ ਜਾਣਦੇ, ਇੱਕ ਗਰੀਬ ਜੁਲਾਹੇ ਦਾ ਨਾਮ ਤੁਸੀਂ ਜਾਣਦੇ ਹੋ ਜਿਹਨੂੰ 600 ਸਾਲ ਹੋ ਗਏ ਨੇ। ਕਿਉਂ ਜਾਣਦੇ ਹੋ? ਕਿਉਂਕਿ ਉਹਨੇ ਨਾਮ ਜਪਿਆ। ਇਸ ਲਈ ਕਿ ਜੇ ਤੁਸੀਂ ਚਾਹੁੰਦੇ ਹੋ ਨਾ ਤੁਹਾਡਾ ਨਾਮ ਦੁਨੀਆ ਮਾਂ 'ਚ ਯਾਦ ਕਰਦੇ, ਫਿਰ ਨਾਮ ਜਪੋ। ਨਾਮ ਦੇ ਨਾਲ ਜਿਹੜੀ ਵਡਿਆਈ ਮਿਲਦੀ ਹੈ ਸਦਾ ਰਹਿਣ ਵਾਲੀ ਹੁੰਦੀ ਹੈ। ਨਾਨਕ ਨਾਮ ਹੈ ਕਿ ਸੱਚੀ ਵਡਿਆਈ। ਨਾਮ ਰਾਹੀਂ ਜਿਹੜੀ ਵਡਿਆਈ ਸੱਚੀ ਹੁੰਦੀ ਹੈ, ਸਦਾ ਰਹਿਣ ਵਾਲੀ ਹੁੰਦੀ ਹੈ। ਨਾਮੋ ਮਨ ਸੁਖ ਪਾਵਨ। ਅਤੇ ਨਾਮ ਨੂੰ ਮਨ 'ਚ ਵਸਾ ਕੇ ਨਾ ਫਿਰ ਬੰਦਾ ਸੁੱਖ ਦੀ ਪ੍ਰਾਪਤੀ ਕਰਦਾ ਹੈ। ਜਦੋਂ ਇਹ ਨਾਮ ਮਨ 'ਚ ਵਸ ਜਾਂਦਾ ਹੈ, ਕਿਉਂਕਿ ਸਮਝੋ ਪਰਮਾਤਮਾ ਵਸ ਗਿਆ ਹੈ ਅਤੇ ਪਰਮਾਤਮਾ ਕੋਲ ਸੁੱਖ ਹੀ ਸੁੱਖ ਹੈ, ਇਹ ਬੰਦਾ ਫਿਰ ਸੁਖੀ ਹੋ ਜਾਂਦਾ ਹੈ। ਸਤਿਕਾਰਯੋਗ ਸਾਧ ਸੰਗਤ ਜੀ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।